ਅੰਮ੍ਰਿਤਸਰ ਦੇ ਵਿੱਚ ਹੀ ਹੋਵੇਗਾ G20 ਸੰਮੇਲਨ। ਕੇਂਦਰੀ ਲੇਬਰ ਮਿਨਿਸਟਰੀ ਨੇ ਵੀ ਲਗਾਈ ਮੋਹਰ। ਮੁੱਖ ਮੰਤਰੀ ਮਾਨ ਬੋਲੇ, ਸੂਤਰਾਂ ਤੇ ਨਾ ਕੀਤਾ ਜਾਵੇ ਜ਼ਿਆਦਾ ਯਕੀਨ। ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ 'ਚ ਸੀਐਮ ਮਾਨ ਦਾ ਵੱਡਾ ਐਕਸ਼ਨ। ਜੇਲ੍ਹ ਸੁਪਰਡੈਂਟ ਸਣੇ 5 ਅਧਿਕਾਰੀ ਗ੍ਰਿਫਤਾਰ, 7 ਅਧਿਕਾਰੀ ਸਸਪੈਂਡ। ਮੂਸੇਵਾਲਾ ਦੇ ਮਾਪਿਆਂ ਨੇ ਕਾਂਗਰਸ ਤੇ ਚੁੱਕੇ ਸਵਾਲ। ਬੋਲੇ, ਸਾਡੇ ਪੁੱਤ ਦੇ ਲਈ ਕਾਂਗਰਸ ਨੇ ਨਹੀਂ ਚੁੱਕੀ ਆਵਾਜ਼। ਜਿਸ ਪਾਰਟੀ ਦੇ ਅਸੀਂ ਹੁਣ ਤੱਕ ਗਾਉਂਦੇ ਰਹੇ ਸੋਲੇ, ਉਸਨੇ ਇੱਕ ਲਫ਼ਜ਼ ਤੱਕ ਨਹੀਂ ਬੋਲਿਆ। ਦੀਪ ਸਿੱਧੂ ਦੀ ਮੌਤ ਤੇ ਭਰਾ ਸੰਦੀਪ ਸਿੱਧੂ ਦਾ ਵੱਡਾ ਬਿਆਨ। ਕਿਹਾ, ਗੋਲੀ ਲੱਗਣ ਦੇ ਨਾਲ ਨਹੀਂ ਹੋਈ ਦੀਪ ਦੀ ਮੌਤ। ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਨਹੀਂ ਹੋਇਆ ਗੋਲੀ ਦਾ ਜ਼ਿਕਰ। ਕੁਝ ਲੋਕਾਂ ਨੇ ਆਪਣੇ ਫਾਇਦੇ ਦੇ ਲਈ ਉਡਾਈ ਕਤਲ ਦੀ ਅਫਵਾਹ। ਚੰਡੀਗੜ੍ਹ 'ਚ ਫਿਰ ਪੰਜਾਬ ਕੈਡਰ ਦੀ ਐਸਐਸਪੀ 2013 ਬੈਚ ਦੀ ਕਮਰਦੀਪ ਕੌਰ ਨੂੰ ਬਣਾਇਆ ਗਿਆ। ਪੁਲਿਸ ਕਪਤਾਨ ਕੁਲਦੀਪ ਚਾਹਲ ਨੂੰ ਹਟਾਉਣ ਤੇ ਹੋਇਆ ਸੀ ਵਿਵਾਦ। ਵਿਰੋਧੀ ਧਿਰਾਂ ਦੇ 9 ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ। ਜਾਂਚ ਏਜੰਸੀਆਂ ਅਤੇ ਗਵਰਨਰਸ ਦੇ ਉੱਤੇ ਚੁੱਕੇ ਸਵਾਲ। ਲਿਖਿਆ, ਸੀਬੀਆਈ ਅਤੇ ਈਡੀ ਦਾ ਹੋ ਰਿਹਾ ਗਲਤ ਇਸਤੇਮਾਲ। ਲੈਟਰ ਦੇ ਵਿੱਚ ਸੀਐਮ ਮਾਨ ਦੇ ਵੀ ਦਸਤਖਤ। ਪਟਿਆਲਾ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੇ ਨਾਲ ਕੀਤੀ ਮੁਲਾਕਾਤ। ਬੋਲੇ, ਪੰਜਾਬ ਦੇ ਰੁਕੇ ਫੰਡ ਜਾਰੀ ਕਰਨ ਨੂੰ ਰਾਜ਼ੀ ਹੋਇਆ ਕੇਂਦਰ। ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਤੇ ਵੀ ਬਣੀ ਸਹਿਮਤੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਸਮਿਟ ਦੀ, G20 ਸਮਿਟ ਦੀ। ਤੇ ਸਮਿਟ ਦੇ ਉੱਤੇ ਜੋ ਸਾਜ਼ਿਸ਼ ਦਾ ਜ਼ਿਕਰ ਹੋਇਆ ਹੈ, ਗੱਲ ਉਸ ਦੀ। G20 ਸਮਿਟ ਜਿਸ ਦੀ ਅਗਲੀ ਬੈਠਕ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੀ ਹੈ 15 ਤੋਂ ਲੈ ਕੇ 20 ਮਾਰਚ ਤੱਕ। ਪਰ ਸਮਿਟ ਨੂੰ ਲੈ ਕੇ ਇੱਕ ਵਾਰ ਰੌਲਾ ਪੈ ਗਿਆ ਕਿ ਸਮਿਟ ਕੈਂਸਲ ਹੋ ਰਿਹਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਇਹ ਮੀਟਿੰਗ ਨਹੀਂ ਹੋਵੇਗੀ। ਅੰਮ੍ਰਿਤਸਰ ਦੀ ਥਾਂ ਦੇਸ਼ ਦੇ ਕਿਸੇ ਹੋਰ ਸੂਬੇ ਜਾਂ ਸ਼ਹਿਰ ਦੇ ਵਿੱਚ ਇਹ ਬੈਠਕ ਕਰਵਾਈ ਜਾਵੇਗੀ। ਹੁਣ ਪੰਜਾਬ ਦੀ ਤਾਂ ਸਾਖ ਜੁੜੀ ਹੋਈ ਹੈ, ਪਰ ਛੇਤੀ ਹੀ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਬ੍ਰੇਕ ਲੱਗ ਗਈ, ਕਿਉਂਕਿ ਕੇਂਦਰ ਦੇ ਵੱਲੋਂ ਵੀ ਸਾਫ਼ ਕਰ ਦਿੱਤਾ ਗਿਆ, ਲੇਬਰ ਮਿਨਿਸਟਰੀ ਦੇ ਵੱਲੋਂ, ਕਿ ਅੰਮ੍ਰਿਤਸਰ ਦੇ ਵਿੱਚ ਹੀ ਬੈਠਕ ਹੋਵੇਗੀ। ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਕਿ ਸਮਿਟ ਵਾਲੀ ਮੀਟਿੰਗ ਦਾ ਤੈਅ ਸਮੇਂ ਤੇ ਅੰਮ੍ਰਿਤਸਰ ਦੇ ਵਿੱਚ ਹੀ ਹੋਣਾ ਤੈਅ ਹੈ। ਪਰ ਹੁਣ ਸਵਾਲ ਇੱਥੇ ਇਹ ਹੈ ਕਿ ਆਖਿਰ ਸਮਿਟ ਕੈਂਸਲ ਹੋਣ ਵਾਲੀ ਅਫਵਾਹਾਂ ਫੈਲਾਈਆਂ ਕਿਸ ਦੇ ਵੱਲੋਂ ਗਈਆਂ? ਕਿ ਸਿਆਸੀ ਆਗੂਆਂ ਦੇ ਵੱਲੋਂ? ਕੁਝ ਸਿਆਸੀ ਆਗੂਆਂ ਨੇ ਟਵੀਟ ਕੀਤੇ ਸਨ ਕਿ ਜਿਹੜੇ ਉਹਨਾਂ ਨੇ ਟਵੀਟ ਕਰ ਦਿੱਤੇ, ਉਹਨਾਂ ਨੇ ਇਸ ਗੱਲ ਦੀ ਘੋਖ ਨਹੀਂ ਕੀਤੀ ਕਿ ਵਾਕਈ ਪੰਜਾਬ ਦੇ ਨਾਲ ਇਹ ਕੁਝ ਹੋਣ ਜਾ ਰਿਹਾ ਹੈ। ਕਿਉਂਕਿ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਪੰਜਾਬ ਦੀ ਸਾਖ ਦੇ ਨਾਲ ਜੁੜਿਆ ਹੋਇਆ ਸਵਾਲ ਹੈ, ਕੋਈ ਛੋਟੀ ਗੱਲ ਨਹੀਂ ਸੀ, ਕੋਈ ਅਜਿਹਾ ਘਟਨਾਕ੍ਰਮ ਨਹੀਂ ਸੀ ਜੋ ਪੰਜਾਬ ਜਾਂ ਕਿਸੇ ਜ਼ਿਲ੍ਹੇ ਜਾਂ ਸ਼ਹਿਰ ਤੱਕ ਸੀਮਿਤ ਹੋਵੇ। ਜੇ ਸਮਿਟ ਦੀ ਮੀਟਿੰਗ ਦਾ ਵੈਨਿਊ ਚੇਂਜ ਹੁੰਦਾ ਹੈ ਤਾਂ ਇਸ ਦਾ ਇੰਪੈਕਟ ਵੱਡੇ ਪੱਧਰ ਦੇ ਉੱਤੇ ਹੈ, ਪੰਜਾਬ, ਅੰਮ੍ਰਿਤਸਰ ਦੇ ਨਾਲ ਨਾਲ ਪੂਰੇ ਦੇਸ਼ ਦੇ ਉੱਤੇ। ਖੈਰ, ਅਜਨਾਲਾ ਦਾ ਵੀ ਜ਼ਿਕਰ ਹੋ ਰਿਹਾ ਹੈ, ਤਾਂ ਸਮਿਟ ਤੋਂ ਪਹਿਲਾਂ ਅਜਨਾਲਾ ਵੀ ਖੂਬ ਚਰਚਾ ਦੇ ਵਿੱਚ ਹੈ। ਸਵਾਲ ਕਿ ਅਜਨਾਲਾ ਤੋਂ ਬਾਅਦ ਕੋਈ ਵੱਡੀ ਚੁਣੌਤੀ ਖੜੀ ਹੋਈ ਹੈ ਸਮਿਟ ਨੂੰ ਲੈ ਕੇ। ਅੱਜ ਚਰਚਾ ਹੋਵੇਗੀ। ਅਫਵਾਹਾਂ ਤਾਂ ਫਿਲਹਾਲ ਆਫ ਹੋ ਚੁੱਕੀਆਂ ਨੇ, ਸਮਿਟ ਹੁਣ ਔਨ ਹੈ। ਜਿਹੜਾ G20 ਅੰਮ੍ਰਿਤਸਰ ਹੋਣ ਜਾ ਰਿਹਾ ਸੀ, ਉਹਦਾ ਜਿਹੜਾ ਸੈਂਟਰ ਗਵਰਨਮੈਂਟ ਹੈ ਉਹਨੇ ਜਿਹੜਾ ਸਮਿਟ ਹੈ ਉਹਨਾਂ ਕੈਂਸਲ ਕਰਨ ਦਾ ਜਿਹੜਾ ਉਹ ਕਰ ਦਿੱਤਾ ਹੈ। ਕਾਂਗਰਸ ਸੰਸਦ ਗੁਰਜੀਤ ਔਜਲਾ ਮੀਡੀਆ ਦੇ ਮੁਖਾਤਿਬ ਹੋਏ ਤੇ ਵੱਡਾ ਦਾਅਵਾ ਕਰ ਦਿੱਤਾ ਕਿ ਅੰਮ੍ਰਿਤਸਰ ਦੇ ਵਿੱਚ ਹੋਣ ਵਾਲਾ G20 ਸੰਮੇਲਨ ਰੱਦ ਕਰ ਦਿੱਤਾ ਗਿਆ, ਜਿਸ ਦੇ ਬਾਅਦ ਨਵੀਂ ਹੀ ਚਰਚਾ ਛਿੜ ਗਈ ਤੇ ਇੰਤਜ਼ਾਰ ਸੀ ਸਰਕਾਰ ਦੇ ਬਿਆਨ ਦਾ। ਜਦੋਂ ਇਹ ਸਵਾਲ ਮੁੱਖ ਮੰਤਰੀ ਮਾਨ ਨੂੰ ਹੋਇਆ ਤਾਂ ਉਹਨਾਂ ਨਸੀਹਤ ਦਿੱਤੀ ਕਿ ਸੂਤਰਾਂ ਤੇ ਜ਼ਿਆਦਾ ਯਕੀਨ ਨਾ ਕੀਤਾ ਜਾਵੇ। सम्मेलन रद्द होने की कोई भी रस्मी जानकारी नहीं आई। हमारे पास ऑफिशियल ऐसी इन्फॉर्मेशन नहीं है कि G20 कैंसिल किया गया है। आपने पता नहीं कहाँ से ये खबर ली है। आप शाम तक इसी खबर को बदल के चला देना। तो उधर आप दे निशाने ते सांसद गुरजीत औजला आ गए ते G20 सम्मेलन नूं लैके अफवाह फैलाउण दे इल्जाम लगा दिते ते पंजाब दे जनता तो माफी मंगण दी मंग रखी गई।
ਤੇ ਸਾਫ਼ ਕੀਤਾ ਹੈ ਕਿ ਤੈਅ ਸਮੇਂ ਮੁਤਾਬਕ ਹੀ ਅੰਮ੍ਰਿਤਸਰ ਦੇ ਵਿੱਚ G20 ਸੰਮੇਲਨ ਹੋਣ ਜਾ ਰਿਹਾ ਹੈ। ਇਹ ਲੋਕ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਕਰਦੇ ਇੰਨੇ ਅੰਨੇ ਹੋ ਗਏ ਆ ਕਿ ਹੁਣ ਇਹ ਪੰਜਾਬ ਨੂੰ ਜਿਹੜਾ ਹੈ ਦੁਨੀਆ ਦੇ ਸਤਰ ਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚਣ ਲੱਗ ਗਿਆ। ਸੋ ਮੈਂਬਰ ਪਾਰਲੀਮੈਂਟ ਜਿਹੜੇ ਗੁਰਜੀਤ ਔਜਲਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ। ਜਿਨ੍ਹਾਂ ਲੋਕਾਂ ਨੇ ਜਿਹੜੀ ਕੋਰੀ ਅਫਵਾਹ ਫੈਲਾਈ ਹੈ G20 ਸੰਮੇਲਨ ਦੇ ਕੈਂਸਲ ਹੋਣ ਦੀ, ਉਹਨਾਂ ਨੂੰ ਪੰਜਾਬ ਔਰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਔਰ ਮੈਂ ਫੇਰ ਕਲੀਅਰ ਕਰਦਾ, G20 ਸੰਮੇਲਨ ਨਿਰਧਾਰਿਤ ਸ਼ਡਿਊਲ ਦੇ ਆਧਾਰ ਤੇ ਹੀ ਪੰਜਾਬ 'ਚ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹੋਣ ਜਾ ਰਿਹਾ। ਇਸ ਦੇ ਵਿਚਾਲੇ ਕੇਂਦਰੀ ਲੇਬਰ ਮੰਤਰਾਲੇ ਨੇ ਵੀ ਮੋਹਰ ਲਗਾ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਵਿੱਚ G20 ਸੰਮੇਲਨ ਦੀਆਂ ਬੈਠਕਾਂ ਹੋਣਗੀਆਂ। 19 ਤੇ 20 ਮਾਰਚ ਨੂੰ ਪਹਿਲੀ ਲੇਬਰ 20 ਮੀਟਿੰਗ ਹੋਵੇਗੀ, ਜਦਕਿ 15 ਤੋਂ 17 ਮਾਰਚ ਨੂੰ ਐਜੂਕੇਸ਼ਨ ਮੀਟਿੰਗ ਹੋਵੇਗੀ, ਜਿਸ ਦੇ ਬਾਅਦ G20 ਨੂੰ ਲੈ ਕੇ ਸਥਿਤੀ ਹੁਣ ਬਿਲਕੁਲ ਸਾਫ਼ ਹੋ ਗਈ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਪਿਕਚਰ ਕਲੀਅਰ ਹੈ ਕਿ G20 ਸਮਿਟ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਵੇਗੀ ਔਰ ਮੀਟਿੰਗ 15 ਤਰੀਕ ਤੋਂ ਇਹ ਸ਼ੁਰੂ ਹੋ ਜਾਏਗੀ ਔਰ 19 ਮਾਰਚ ਤੱਕ ਇਹ ਪੂਰਾ ਕੰਮ ਚੱਲੇਗਾ। ਔਰ ਬਹੁਤ ਨਜ਼ਰਾਂ ਹੁੰਦੀਆਂ ਨੇ, ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ, G20 ਦੀ ਮੀਟਿੰਗ ਜਿਹੜੀ ਹੁਣ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੀ ਹੈ, ਇਸ ਨੂੰ ਲੈ ਕੇ ਸੀ ਕਿ ਇਹ ਕੈਂਸਲ ਹੋ ਰਿਹਾ ਹੈ। ਖੈਰ ਸਵਾਲ ਇਹ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੌਣ ਕਰ ਰਿਹਾ ਹੈ? ਕਿ ਵਾਕਈ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋਈ ਕਿ ਇੱਥੇ G20 ਸਮਿਟ ਨਾ ਹੋਵੇ? ਜੇ G20 ਸਮਿਟ ਨਹੀਂ ਹੋਏਗਾ ਤਾਂ ਇਸ ਦਾ ਇੰਪੈਕਟ ਬਹੁਤ ਵੱਡੇ ਪੱਧਰ ਦੇ ਉੱਤੇ ਪੈਂਦਾ ਹੋਇਆ ਨਜ਼ਰ ਆ ਸਕਦਾ ਸੀ, ਜਿਸ ਤਰੀਕੇ ਦੀਆਂ ਅਫਵਾਹਾਂ ਫੈਲ ਗਈਆਂ ਸੀ। ਅੱਜ ਇਸ ਦੇ ਉੱਤੇ ਚਰਚਾ ਕਰਾਂਗੇ ਕਿ ਆਖਿਰ ਕਿਉਂ ਅਤੇ ਕੌਣ ਇਸ ਤਰੀਕੇ ਦੀ ਕੋਸ਼ਿਸ਼ ਕਰ ਰਿਹਾ ਹੈ, ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਰਾਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸੰਘੇੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਸੁਖਦੇਵ ਸਿੰਘ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸੁਖਦੇਵ ਜੀ ਸਵਾਗਤ ਹੈ। ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਪੀਰ ਮੁਹੰਮਦ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਜੈਬੰਸ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਤੁਹਾਡਾ ਵੀ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਸੰਘੇੜਾ ਸਾਹਿਬ ਤੁਹਾਡੇ ਤੋਂ। ਸਾਜ਼ਿਸ਼ ਦੱਸ ਰਹੇ ਹੋ ਤੁਸੀਂ, ਤੁਹਾਡੇ ਨੁਮਾਇੰਦੇ ਸਾਜ਼ਿਸ਼ ਦੱਸ ਰਹੇ ਨੇ। ਪੁਆਇੰਟ ਨੰਬਰ 1 ਕਿ ਅਫਵਾਹਾਂ ਵਾਲੀ ਪੂਰੀ ਗੱਲ ਤੁਰੀ ਕਿੱਥੋਂ, ਕਿਉਂਕਿ ਤੁਸੀਂ ਸਰਕਾਰ ਹੋ, ਇਸ ਦਾ ਜ਼ਿਕਰ ਤੁਹਾਨੂੰ ਹੀ ਕਰਨਾ ਪਏਗਾ। ਤੇ ਦੂਜਾ, ਇਹ ਸਾਜ਼ਿਸ਼ ਤੁਹਾਨੂੰ ਕਿਉਂ ਲੱਗ ਰਹੀ ਹੈ? ਗੌਰਵ ਜੀ, ਸੋਸ਼ਲ ਮੀਡੀਆ ਤੇ ਕੁਝ ਥਾਵਾਂ ਤੋਂ, ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਜੀ, ਉੱਥੋਂ ਗੱਲ ਚੱਲੀ ਹੈ, ਦਿਮਾਗ ਦੀ ਪਤਾ ਨਹੀਂ ਕਿਹਦੇ ਕਾਢ ਹੈ ਜਾਂ ਵਾਕਈ ਕਿਸੇ ਨੂੰ ਭੁਲੇਖਾ ਲੱਗ ਗਿਆ ਤੇ ਕੁਝ ਸਿਆਸੀ ਲੋਕ ਕਾਲੇ ਪੈ ਗਏ ਅਫਵਾਹਾਂ ਫੈਲਾਉਣ ਨੂੰ ਕਿ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਜਿੱਥੇ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦਾ ਨੁਕਸਾਨ ਹੋਵੇ। ਅਲਟੀਮੇਟ ਨਿਸ਼ਾਨਾ ਪੰਜਾਬ ਸਰਕਾਰ ਹੈ, ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਗਰੰਟੀ ਪੂਰੀ ਹੋ ਰਹੀ ਹੈ, ਕੰਮ ਹੋ ਰਹੇ ਨੇ, ਘਬਰਾਏ ਹੋਏ ਨੇ। ਸੋ ਸਿਆਸੀ ਲੋਕ ਨੇ ਇਹਦੇ ਪਿੱਛੇ, ਮੈਂ ਕਹੂੰਗਾ ਪੰਜਾਬ ਵਿਰੋਧੀ ਸਿਆਸੀ ਲੋਕ ਜਿਹੜੇ ਪੰਜਾਬ ਦੇ ਹੀ ਬੇਸ ਦੇ ਨੇ, ਜਿਹੜੇ ਇਹੋ ਜਿਹੀਆਂ ਅਫਵਾਹਾਂ ਨੂੰ ਹਵਾ ਦਿੰਦੇ ਆ ਜਾਂ ਹੋਰ ਵੀ ਜ਼ਿਆਦਾ ਪ੍ਰਚਾਰ ਕਰਦੇ ਆ। ਸੋ ਇਹ ਬੜੀ ਮੰਦਭਾਗੀ ਗੱਲ ਹੈ, ਕਿਉਂਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਹੀ ਡੈਮੇਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ, ਹੁਣ ਵੀ ਕੀਤੀਆਂ ਜਾਂਦੀਆਂ ਆ। ਸਭ ਤੋਂ ਵੱਧ ਰਾਸ਼ਟਰ ਪੱਧਰ ਤੇ ਕਿ ਮਨੀਸ਼ ਸਿਸੋਦੀਆ ਵਰਗੇ ਸਿੱਖਿਆ ਮੰਤਰੀ, ਹੀਰੋ ਸਿੱਖਿਆ ਮੰਤਰੀ, ਜਿਹੜੇ ਵਰਲਡ ਲੈਵਲ ਦੇ ਹੀਰੋ ਨੇ ਸਿੱਖਿਆ ਦੇ ਖੇਤਰ 'ਚ, ਉਹਨਾਂ ਨੂੰ ਝੂਠੇ ਜਿਹੇ ਮੁਕੱਦਮੇ ਦੇ ਵਿੱਚ CBI ਦੇ ਨਾਲ ਰਾਹੀਂ ਅੰਦਰ ਕਰਨਾ। ਸੋ ਇਸ ਤਰ੍ਹਾਂ ਤੱਕ ਦੇ ਹਮਲੇ ਹੁੰਦੇ ਆ। ਪਰ ਨਾਲੋਂ ਨਾਲ ਸਰਕਾਰਾਂ ਨੂੰ ਬਦਨਾਮ ਕਰ ਲਈ, ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਇਹਨਾਂ ਦਾ ਚੱਲਦਾ, ਤਾਂ ਐਡੀ ਵੱਡੀ ਅਫਵਾਹ ਫੈਲਾਤੀ। ਉਹ ਜਿਹੜੀ G20 ਸਮਿਟ ਹੈ, ਉਹ ਸੰਮੇਲਨ ਹੈ ਜਿਹੜਾ, ਉਹ ਕੋਈ ਮਤਲਬ ਉਹਦੇ ਨਾਲ ਬਹੁਤ ਦੂਰ ਤੱਕ ਪੰਜਾਬ ਦੀ ਬਦਨਾਮੀ ਹੁੰਦੀ ਹੈ। ਉਹਦੇ ਨਾਲ ਤੁਹਾਨੂੰ ਲੱਗਦਾ ਕਿ ਪੋਲੀਟੀਕਲ ਤੌਰ ਦੇ ਉੱਤੇ ਕੋਸ਼ਿਸ਼ ਕੀਤੀ ਗਈ, ਜਿਹੜੀ ਇਹ ਅਫਵਾਹਾਂ ਫੈਲੀਆਂ, ਤੁਹਾਨੂੰ ਇਸ ਦੇ ਪਿੱਛੇ ਪੋਲਿਟਿਕਸ ਨਜ਼ਰ ਆ ਰਹੀ ਹੈ? ਦੇਖੋ, ਬਿਲਕੁਲ ਮੈਨੂੰ ਤਾਂ ਇਹੀ ਲੱਗਦਾ ਹੈ ਗੌਰਵ ਜੀ, ਸਪਸ਼ਟ ਤੌਰ ਤੇ ਆ ਕਿ ਐਡੀ ਕਾਲ ਜਿਹੜੀ ਆ, ਐਡੀ ਕਾਲ ਜ਼ਿੰਮੇਵਾਰ ਦੇਖੋ ਸੰਘੇੜਾ ਸਾਹਿਬ, ਜਿਹੜੇ ਤੁਸੀਂ ਸਵਾਲ ਚੁੱਕ ਰਹੇ ਹੋ ਨਾ, ਕੈਂਪੀ ਲੈਵਲ ਦੇ ਪੋਲੀਟੀਕਲ ਤੌਰ ਦੇ ਉੱਤੇ ਗੱਲ ਹੋ ਰਹੀ ਹੈ, ਇਹ ਕੈਂਪੀ ਲੈਵਲ ਚਾਹੇ ਉਹ ਕਾਂਗਰਸ ਦਾ ਹੋਵੇ, ਬੀਜੇਪੀ ਦਾ ਹੋਵੇ, ਆਮ ਆਦਮੀ ਪਾਰਟੀ ਕਿਉਂ ਨਾ ਹੋਵੇ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ, ਸਰ ਪੰਜਾਬ ਨੂੰ ਬਦਨਾਮ ਤਾਂ ਕੋਈ ਨਹੀਂ ਕਰਨਾ ਚਾਹੁੰਦਾ ਹੋਏਗਾ। ਫਿਰ ਤੁਹਾਨੂੰ ਕਿਉਂ ਲੱਗਦਾ ਕਿ ਪੋਲੀਟੀਕਲ ਸਾਜ਼ਿਸ਼ ਹੈ? ਕੋਈ ਹੋਰ ਪੋਲੀਟੀਕਲ ਪਾਰਟੀ, ਨਿੱਕੀ ਪਾਰਟੀ ਵੀ ਹੋਵੇ ਬੇਸ਼ੱਕ, ਡੀਸਟੇਬਲਾਈਜ਼ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਉਹ ਇੱਥੋਂ ਤੱਕ ਹਫਲ ਗਏ ਆ, ਇੱਥੋਂ ਤੱਕ ਘਬਰਾ ਗਏ ਆ। ਜੋ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਇੱਕ ਤੋਂ ਬਾਅਦ ਇੱਕ ਕੰਮ ਕਰੀ ਜਾ ਰਹੇ, ਲੋਕਾਂ ਦੇ ਹਰਮਨ ਪਿਆਰੇ ਹੋ ਰਹੇ ਆ ਦਿਨ ਦਿਨ, ਉਹ ਇੱਥੋਂ ਤੱਕ ਘਬਰਾ ਗਏ ਆ। ਉਹ ਇਹ ਚਾਹੁੰਦੇ ਆ
ਵੀ ਭਾਵੇਂ ਪੰਜਾਬ ਨੂੰ ਵੀ ਇਹ ਨੁਕਸਾਨ ਹੋ ਜਾਵੇ ਜਿੰਨਾ ਮਰਜ਼ੀ, ਇੱਕ ਵਾਰੀ ਇਹ ਸਰਕਾਰ ਡਿੱਗ ਜਾਵੇ ਫਿਰ ਅਸੀਂ ਮਤਲਬ ਕੋਈ ਸਾਡਾ ਸੂਤ ਲੱਗ ਜਾਏ ਕਿਸ ਤਰ੍ਹਾਂ। ਠੀਕ ਹੈ, ਤੁਸੀਂ ਮਤਲਬ ਇਹ ਕੋਈ ਵੀ ਮੌਕਾ ਚਾਹੇ ਅਫਵਾਹ ਮਿਲੇ ਚਾਹੇ ਇਹਨਾਂ ਨੂੰ ਸੁਪਨਾ ਹੀ ਆਇਆ ਹੋਵੇ, ਉਹ ਵੀ ਆ ਕੇ ਟਵੀਟ ਕਰ ਦੇਣਗੇ। ਜਿੱਦਾਂ ਅੱਜ ਵੀ ਕਈਆਂ ਨੇ ਟਵੀਟ ਕੀਤੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਤੇ ਟੀਵੀ ਤੇ ਆ ਕੇ ਵੱਡੇ ਚੈਨਲ ਤੇ ਆ ਕੇ ਸਟੇਟਮੈਂਟ ਦੇ ਦੇਣੀ। ਥੋੜਾ ਬਹੁਤ ਇਹ ਜਿਹੜਾ ਇਹਦੇ ਵਿੱਚ ਤਹੱਮਲ ਰੱਖਣਾ ਚਾਹੀਦਾ, ਥੋੜਾ ਬਹੁਤ ਬੰਦਾ ਵੈਰੀਫਿਕੇਸ਼ਨ ਕਰ ਲੈਂਦਾ ਹੈ। ਠੀਕ ਹੈ, ਮੀਡੀਆ ਦਾ ਅਧਿਕਾਰ ਹੈ, ਔਰ ਮੀਡੀਆ ਵੀ ਜ਼ਿੰਮੇਵਾਰ ਮੀਡੀਆ ਤੁਸੀਂ ਵੀ ਤਾਂ ਦਿੰਦੇ ਹੋ ਵੀ ਆਪਣਾ ਭਰੋਸੇਯੋਗ ਸੂਤਰਾਂ ਤੋਂ ਖਬਰ, ਉਹ 90% ਸਹੀ ਹੁੰਦੀ ਹੈ ਜੇ 100% ਨਹੀਂ ਹੈ ਤਾਂ। ਪਰ ਇਦਾਂ ਨਹੀਂ ਹੁੰਦੀ ਕਿ 100% ਦੀ ਝੂਠ ਤੇ ਤੁਸੀਂ ਉੱਚੀਆਂ ਅੱਡੀਆਂ ਕਰ ਕਰਕੇ ਉਹਦੇ ਬਾਰੇ ਬਿਆਨ ਦਿਓ। ਚਲੋ ਸਾਡੀ ਤਾਂ ਲਗਭਗ 100% ਹੀ ਹੁੰਦੀ ਹੈ ਸਰ। ਨਹੀਂ, ਮੇਰਾ point ਇਹ ਵੀ ਹੈ ਮਤਲਬ ਕਿ G20 ਦੀ ਸਮਿਟ ਦੀ ਖਬਰ ਕੈਨਸਲ ਹੋਣ ਦੀ ਅਫਵਾਹਾਂ ਸੂਤਰਾਂ ਦੇ ਨਾਲ ਨਿਊਜ਼ 18 ਪੰਜਾਬ ਨੇ ਨਹੀਂ ਚਲਾਈ। ਗੌਰਵ ਜੀ, ਅਸੀਂ 90 ਦਾ ਮਤਲਬ ਇੰਤਜ਼ਾਰ ਇਹੀ ਕੀਤਾ, ਆ। ਸਾਨੂੰ ਪਤਾ ਹੈ ਕਿ ਪੰਜਾਬ ਦੇ ਨਾਲ ਜੁੜਿਆ ਮੁੱਦਾ ਹੈ, ਬਹੁਤ ਵੱਡੀ ਗੱਲ ਹੈ, ਕੋਈ ਨਿੱਕੀ ਗੱਲ ਹੋਵੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਚੱਲ ਵੀ ਜਾਂਦੀਆਂ ਨੇ, ਪਰ ਨਿਊਜ਼ 18 ਨੇ ਕੋਸ਼ਿਸ਼ ਕੀਤੀ ਕਿ ਅਸੀਂ ਖਬਰ ਨਾ ਚਲਾਈਏ। ਸਾਡੀ ਜ਼ਿੰਮੇਵਾਰੀ ਸੀ, ਪੰਜਾਬ ਦੇ ਨਾਲ ਜੁੜਿਆ ਹੋਇਆ ਮੁੱਦਾ ਸੀ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰੀ ਸਭ ਦਾ ਰੁਕ ਕਰ ਲਵਾਂ। ਸੁਖਦੇਵ ਜੀ, ਦੇਖੋ ਟਵੀਟਸ ਦਾ ਜ਼ਿਕਰ ਹੋ ਰਿਹਾ, ਕੁਝ ਕਾਂਗਰਸੀਆਂ ਨੇ ਵੀ ਟਵੀਟ ਕੀਤੇ ਨੇ। ਸੰਘੇੜਾ ਸਾਹਿਬ ਨੇ ਨਾਮ ਨਹੀਂ ਲਿਆ, ਮੈਂ ਨਾਮ ਵੀ ਲੈ ਦਿੰਦਾ ਕਿ ਜਿਹੜੇ ਕਾਂਗਰਸੀਆਂ ਨੇ ਟਵੀਟ ਕੀਤੇ ਉਹਨਾਂ ਨੂੰ ਲੈ ਕੇ ਬੜਾ ਇਤਰਾਜ਼ ਜਤਾਇਆ ਜਾ ਰਿਹਾ ਹੈ, ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਸਰਕਾਰ ਨੂੰ ਕੀਤੀ ਜਾ ਰਹੀ ਹੈ। ਕੋਈ ਮਰਜ਼ੀ ਗੱਲ ਹੋਵੇ, ਬਸ ਘੇਰਨ ਦੀ ਕੋਸ਼ਿਸ਼ ਹੁੰਦੀ ਹੈ, ਟਾਈਮ ਨਹੀਂ ਲਿਆ ਜਾਂਦਾ ਕਿ ਪਹਿਲਾਂ ਘੋਖ ਕਰ ਲਈਏ, ਉਸ ਤੋਂ ਬਾਅਦ ਕੋਈ ਟਵੀਟ ਕਰੀਏ, ਉਸ ਤੋਂ ਬਾਅਦ ਕੋਈ ਬਿਆਨ ਦਈਏ। ਨਹੀਂ, ਨਾਲ ਦੀ ਨਾਲ ਟਵੀਟ, ਨਾਲ ਦੀ ਨਾਲ ਆ ਗੱਲ। ਇੱਕੋ ਵਕਤ ਰੌਲਾ ਪੈ ਗਿਆ ਕਿ G20 ਸਮਿਟ ਪੰਜਾਬ 'ਚ ਨਹੀਂ ਹੋਏਗਾ, ਪਰ ਗੱਲ ਝੂਠ ਨਿਕਲੀ। ਹੁਣ ਸੰਘੇੜਾ ਸਾਹਿਬ ਦੀ ਗੱਲ ਨੂੰ ਅੱਗੇ ਕਰ ਦਿੰਦਾ। ਆਮ ਆਦਮੀ ਪਾਰਟੀ ਨਾ ਕਾਂਗਰਸ ਨੂੰ ਭੰਡਣ ਵਾਸਤੇ ਇਹਨਾਂ ਨੂੰ ਕੋਈ ਮੌਕਾ ਲੱਗਣਾ ਚਾਹੀਦਾ, ਇਹ ਉਹਨੂੰ ਬਖਸ਼ਦੇ ਨਹੀਂ। ਕਿਉਂਕਿ ਮੈਂ ਹੁਣ ਤੁਹਾਨੂੰ ਗੱਲ ਇਹਦੀ ਕਲੈਰਿਟੀ ਦੇਣ ਲੱਗਿਆ, ਗੱਲ ਦੀ ਕਲੈਰਿਟੀ। ਇਹ ਬਿਲਕੁਲ ਗੱਲ ਠੀਕ ਹੈ। ਅਫਵਾਹ ਸੋਸ਼ਲ ਮੀਡੀਆ ਤੇ ਸਵੇਰ ਤੋਂ ਹੀ ਚੱਲੀ ਵੀ ਇਹ ਕੈਂਸਲ ਹੈ। ਉਹ ਕੋਈ ਸਾਡੇ ਕਿਸੇ ਲੀਡਰ ਨੇ ਪਹਿਲਾਂ ਟਵੀਟ ਨਹੀਂ ਕੀਤਾ, ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਅਫਵਾਹ ਚੱਲੀ, ਔਰ ਕਿਉਂਕਿ ਅਫਵਾਹ ਕੀ ਕਿਸੇ ਨੇ ਕਨਫਰਮ ਹੀ ਕਰਤਾ ਵੀ ਚੱਲ ਇਹ ਜੇ ਹੋ ਗਿਆ। ਔਰ ਉਹਦੇ ਉੱਤੇ ਜੇ ਤੁਸੀਂ ਔਜਲਾ ਸਾਹਿਬ ਕੋਲੇ ਪ੍ਰੈਸ ਨੇ ਜਾ ਕੇ, ਕਿਉਂਕਿ ਉਹ ਅੰਮ੍ਰਿਤਸਰ ਦੇ MP ਨੇ, ਜੇ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ, ਤੁਸੀਂ ਉਹਨਾਂ ਦਾ ਟੋਟਲ ਉਹ ਸੁਣ ਲਓ, ਫਿਰ ਜਿੱਥੇ ਤੁਸੀਂ ਕਹੋਗੇ ਅਸੀਂ ਤੁਹਾਡੇ ਦੇਣਦਾਰ ਆ। ਔਜਲਾ ਸਾਹਿਬ ਨੇ ਕੀ ਕਿਹਾ ਮੈਂ ਤੁਹਾਨੂੰ ਐਗਜ਼ੈਕਟ ਦੱਸ ਦੇਣਾ। ਉਹ ਕਹਿੰਦੇ ਵੀ ਜੇ ਇਹ ਕੈਂਸਲ ਕੀਤਾ ਤਾਂ ਇਹ ਬਹੁਤ ਵੱਡੀ ਸਾਜ਼ਿਸ਼ ਹੈ, ਔਰ ਸਾਡੇ ਅੰਮ੍ਰਿਤਸਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਔਰ ਸਾਡਾ ਅੰਮ੍ਰਿਤਸਰ ਪੀਸਫੁਲ ਏਰੀਆ ਹੈ। ਇੱਥੇ ਕੋਈ ਜੇ ਕਿਸੇ ਨੇ ਕੋਈ ਸ਼ਰਾਰਤ ਕਰ ਵੀ ਦਿੱਤੀ ਹੈ ਤਾਂ ਇੱਥੋਂ ਦੇ ਜਿਹੜੇ 25-30 ਲੱਖ ਬਸ਼ਿੰਦੇ ਆ, ਉਹ ਤਾਂ ਨਹੀਂ, ਉਹ ਅਸੀਂ ਗਰੰਟੀ ਕਰਦੇ ਆ ਇੱਥੇ ਸ਼ਾਂਤੀ ਰਹੂਗੀ। ਇੱਥੇ ਜਿਹੜਾ G20 ਸਮਿਟ ਹੋਣਾ ਚਾਹੀਦਾ, ਉਹਨਾਂ ਨੇ ਟਵੀਟ 'ਚ ਵੀ ਕਿਹਾ, ਉਹਨਾਂ ਨੇ ਆਪਣਾ ਪ੍ਰੈਸ 'ਚ ਵੀ ਕਿਹਾ। ਸੁਖਪਾਲ ਖਹਿਰਾ ਦਾ ਵੀ ਸੀ ਸਰ। ਮੈਂ ਕਹਿੰਦਾ ਜੀ, ਜਦੋਂ ਉੱਥੋਂ ਮੇਨ ਇਹਨਾਂ ਨੇ MP ਤੇ ਚਲਾਇਆ, ਤੁਸੀਂ ਵੀ ਪਹਿਲਾਂ MP ਸਾਹਿਬ ਦੀ ਗੱਲ ਹੀ ਕੀਤੀ। ਜਦੋਂ MP ਸਾਹਿਬ ਜਦੋਂ ਉੱਥੋਂ ਦੇ MP ਨੇ, ਉਹਨਾਂ ਨੇ ਆਪਣਾ ਲੋਕਾਂ ਦਾ ਦਰਦ ਕਹਿਤਾ ਤਾਂ ਕੋਈ ਮਾੜਾ ਕਰਤਾ, ਔਰ ਉਹਨਾਂ ਨੇ ਇਹੀ ਕਿਹਾ ਵੀ ਇਹ ਹੋਣਾ ਚਾਹੀਦਾ। ਔਰ ਉਹਨਾਂ ਨੇ ਕੱਲੀ ਸਟੇਟ ਗਵਰਨਮੈਂਟ ਨੂੰ ਨਹੀਂ, ਉਹਨਾਂ ਨੇ ਇਸ ਗੱਲ ਤੇ ਸੈਂਟਰ ਗਵਰਨਮੈਂਟ ਨੂੰ ਸਭ ਤੋਂ ਵੱਧ ਚਿਤਾਇਆ ਵੀ ਇਹ ਨਾ ਕਰੋ ਕੈਂਸਲ। ਵੀ ਜੇ ਕੈਂਸਲ ਕਰ ਰਹੇ ਹੋ, ਉਹਨਾਂ ਨੇ ਜੇ ਵੀ ਸ਼ਬਦ ਲਾਇਆ, ਮੈਂ ਤੁਹਾਨੂੰ ਕਹੋ ਮੈਂ ਵੀਡੀਓ ਭੇਜ ਦਿੰਦਾ ਉਹ। ਔਰ ਇਸ ਕਰਕੇ ਅੱਜ ਇਸ ਕਿਸਮ ਦੇ ਐਲੀਗੇਸ਼ਨ ਲਾਉਣੇ, ਜਦੋਂ ਮੌਕਾ ਮਿਲੇ ਇਹਨਾਂ ਨੂੰ ਹੋਰ ਕੋਈ ਬਹਾਨਾ ਨਹੀਂ ਲੱਭਦਾ, ਬਹਾਨੇ ਨਾਲ ਕਾਂਗਰਸ ਦੇ ਉੱਤੇ ਐਲੀਗੇਸ਼ਨ ਲਾ ਦਿੰਦੇ ਆ। ਅਗਲੀ ਗੱਲ, ਔਰ ਜਿਹੜੀ ਤੁਸੀਂ ਅਫਵਾਹ ਦੀ ਗੱਲ ਕਰਦੇ ਹੋ, ਔਰ ਤੁਸੀਂ ਵੀ ਇੱਕ ਗੱਲ ਕਹੀ, ਸੂਤਰਾਂ ਨਾਲ ਖਬਰਾਂ ਚੱਲਦੀਆਂ ਵੀ ਨੇ, ਔਰ ਕਈ ਵਾਰੀ ਸੱਚੀਆਂ ਵੀ ਨਹੀਂ ਹੁੰਦੀਆਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ, ਜਦੋਂ ਸਾਡਾ ਚੀਫ ਮਿਨਿਸਟਰ ਬਦਲਿਆ, ਮੇਰੇ ਖਿਆਲ 10 ਚੀਫ ਮਿਨਿਸਟਰ ਬਣ ਲਏ ਸੀਗੇ ਸੂਤਰਾਂ ਨਾਲ ਹੀ। ਇਸ ਕਰਕੇ ਸੂਤਰਾਂ ਨਾਲ ਖਬਰਾਂ ਚੱਲ ਜਾਂਦੀਆਂ ਨੇ, ਪਰ ਉਹਦੇ ਉੱਤੇ ਜੇ ਕਿਸੇ ਨੇ ਰਿਐਕਸ਼ਨ ਮੰਗ ਲਿਆ, ਉਹ ਪੰਜਾਬ ਦੇ ਹੱਕ 'ਚ ਦੇਤਾ। ਔਜਲਾ ਨੇ ਕੋਈ ਗੁਨਾਹ ਨਹੀਂ ਕੀਤਾ, ਪੰਜਾਬ ਦੇ ਹੱਕ ਨਾਲ ਖੜੇ, ਅੰਮ੍ਰਿਤਸਰ ਦੇ ਲੋਕਾਂ ਨਾਲ ਖੜੇ ਨੇ। ਠੀਕ ਹੈ, ਮੈਂ ਸੰਘੇੜਾ ਸਾਹਿਬ ਕੋਲ ਆਉਂਗਾ, ਪਰ ਮੈਂ ਫਿਰ ਵੀ ਮੈਂ ਡੀਰੇਲ ਨਹੀਂ ਕਰਨਾ ਚਾਹੁੰਦਾ। ਪਰ ਜਿਹੜਾ ਚੀਫ ਮਿਨਿਸਟਰ ਵਾਲਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਸਰ, ਕਿ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣਾਏ ਗਏ ਨੇ, ਉਸ ਤੋਂ ਬਾਅਦ ਰੰਧਾਵਾ ਖੁਦ ਨਿਊਜ਼ 18 ਤੇ ਮੰਨੇ ਨੇ ਕਿ ਉਹਨਾਂ ਨੂੰ ਓਕੇ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਖਬਰ ਚੱਲ ਰਹੀ ਸੀ। ਮੈਂ ਡੀਰੇਲ ਨਹੀਂ ਕਰਨਾ ਚਾਹੁੰਦਾ, ਸਾਡੇ ਕੋਲ ਬਕਾਇਦਾ ਬਾਈਟ ਵੀ ਪਈ ਹੈ। ਖੈਰ, ਮੈਂ ਅੱਗੇ ਵਧਦਾ, ਮੈਂ ਇੱਕ ਵਾਰੀ ਜੈਵੰਸ਼ ਦਾ ਰੁਖ ਕਰਦਾ। ਜੈਵੰਸ਼ ਜੀ, ਅਫਵਾਹਾਂ ਦਾ ਬਹੁਤ ਬਾਜ਼ਾਰ ਗਰਮ ਰਿਹਾ। ਇਹ ਗੱਲ ਹੋ ਰਹੀ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਭ ਕੁਝ ਇੱਕ ਤਰੀਕੇ ਨਾਲ ਸਾਜ਼ਿਸ਼ ਹੈ, ਜਿਸ ਨੂੰ ਘੜਿਆ ਜਾ ਰਿਹਾ, ਕੋਈ ਵੀ ਮੌਕਾ ਹੋਵੇ ਛੱਡਿਆ ਨਹੀਂ ਜਾਂਦਾ। ਥੈਂਕ ਯੂ ਗੌਰਵ ਜੀ। ਦੇਖੋ, ਏਦਾਂ ਹੈ ਕਿ ਜੋ ਅੱਜ ਕੱਲ ਪ੍ਰੈਜ਼ੈਂਟ ਡੇ ਸਿਨੈਰੀਓ ਹੈਗਾ ਸਾਡਾ ਮੀਡੀਆ ਦਾ ਤੇ ਇਨਫੋਰਮੇਸ਼ਨ ਦਾ, ਮੈਂ ਕਹਾਂਗਾ ਇਹ ਇੱਕ ਬਹੁਤ ਹੀ ਸੈਂਸਿਟਿਵ ਸਿਨੈਰੀਓ ਹੈ, ਜਿੱਥੇ ਕਿ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਲੋਕ ਬਹੁਤ ਕੁਝ ਕਰ ਦਿੰਦੇ ਨੇ, ਸਹੀ ਗਲਤ ਕਈ ਚੀਜ਼ਾਂ ਕਰ ਦਿੰਦੇ ਨੇ। ਐਸੇ ਟਾਈਮ ਦੇ ਵਿੱਚ ਜਿਹੜੇ ਲੀਡਰਸ ਹੁੰਦੇ ਨੇ, ਜਿਹੜੇ ਅਥਾਰਟੀ 'ਚ ਹੁੰਦੇ ਨੇ,
ਉਹਨਾਂ ਨੂੰ ਆਪਣਾ ਜਿਹੜਾ ਆਪਣੇ ਆਪ ਨੂੰ ਬੜਾ ਸਤਰਕ ਰੱਖਣਾ ਚਾਹੀਦਾ ਹੈ, ਬਹੁਤ ਵਿਜੀਲੈਂਟ ਰੱਖਣਾ ਚਾਹੀਦਾ ਹੈ ਤੇ ਬੜਾ ਸੋਚ ਸਮਝ ਕੇ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਬਿਲਕੁਲ ਇਹ ਫਾਸਟੈਸਟ ਫਿੰਗਰ ਫਰਸਟ ਜਿਹੜੀ ਗੱਲ ਹੁੰਦੀ ਹੈ ਨਾ, ਇਹ ਲੀਡਰ ਨੂੰ ਨਹੀਂ ਸੂਟ ਕਰਦੀ। ਤੇ ਉਸ ਗੱਲ ਤੱਕ ਮੈਂ ਇਹ ਕਵਾਂਗਾ ਕਿ ਇੱਕ ਰਿਸਪੌਂਸਿਬਲ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਵਾਸਤੇ ਕਾਂਗਰਸ ਦੇ ਮੈਂਬਰ ਆਫ ਪਾਰਲੀਮੈਂਟ ਨੂੰ ਥੋੜਾ ਜਿਹਾ ਕਲੈਰੀਫਿਕੇਸ਼ਨ ਲੈਣ ਦੇ ਬਾਅਦ ਹੀ ਇਸ ਪੁਆਇੰਟ ਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੀਦੀ ਸੀਗੀ ਜੀ। ਉਹਨਾਂ ਨੇ ਟਿੱਪਣੀ ਕੀਤੀ ਤੇ ਜਿਹੜੀਆਂ ਅਫਵਾਹਾਂ ਤੇ ਜਿਹੜੇ ਰਿਊਮਰਸ ਫੈਲ ਰਹੇ ਸੀਗੇ ਉਹਨਾਂ ਨੂੰ ਹਵਾ ਮਿਲ ਗਈ, ਉਹਨਾਂ ਨੂੰ ਕ੍ਰੈਡੀਬਿਲਿਟੀ ਮਿਲ ਗਈ। ਮੈਂ ਇੱਥੇ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੀ ਵੀ ਆਈ ਵਿਲ ਬੀ ਥੈਂਕਫੁਲ ਟੂ ਹਿਮ ਕਿ ਉਹਨਾਂ ਨੇ ਉਸ ਹਵਾ ਨੂੰ, ਉਸ ਕ੍ਰੈਡੀਬਿਲਿਟੀ ਨੂੰ ਜ਼ਿਆਦਾ ਦੂਰ ਤੱਕ ਜਾਣ ਨਹੀਂ ਦਿੱਤਾ ਤੇ ਉੱਥੇ ਹੀ ਉਹਨਾਂ ਨੇ ਨਿਪ ਕਰ ਲਿਆ। ਪਰ ਇਹ ਜੋ ਹੋਇਆ ਇਹ ਠੀਕ ਨਹੀਂ ਹੈ। ਹੁਣ ਆ ਗਈ ਗੱਲ ਸੰਘੇੜਾ ਸਾਹਿਬ ਦੀ। ਉਹ ਸੰਘੇੜਾ ਸਾਹਿਬ ਨੂੰ ਤੇ ਕਨਸਪੀਰੇਸੀ ਥਿਉਰੀਜ਼ ਅੱਜ ਕੱਲ ਆਮ ਆਦਮੀ ਪਾਰਟੀ ਨੂੰ ਹਰ ਚੀਜ਼ ਦੇ ਵਿੱਚ ਨਜ਼ਰ ਆਉਂਦੀਆਂ ਨੇ ਕਿ ਸਾਰੀ ਦੁਨੀਆ ਹੀ ਉਹਨਾਂ ਦੇ ਪਿੱਛੇ ਪਈ ਹੋਈ ਹੈ ਤੇ ਉਹਨਾਂ ਦੇ ਚੀਫ ਮਿਨਿਸਟਰ ਬਹੁਤ ਵਧੀਆ ਕੰਮ ਕਰ ਰਹੇ ਨੇ। ਡਿਬੇਟ ਬੇਸ਼ੱਕ ਜਿਹੜੀ ਮਰਜ਼ੀ ਹੋਏ, ਉਹਨਾਂ ਨੇ ਉਸ ਡਿਬੇਟ ਨੂੰ ਲੈ ਕੇ ਚਲੇ ਜਾਣਾ ਹੁੰਦਾ ਮਨੀਸ਼ ਸਿਸੋਦੀਆ ਦੇ ਉੱਤੇ ਕਿ ਮਨੀਸ਼ ਸਿਸੋਦੀਆ ਬੜਾ ਚੰਗਾ ਆਦਮੀ ਹੈ, ਬਾਕੀ ਜੋ ਮਰਜ਼ੀ ਤੁਸੀਂ ਕਹਿ ਲਓ। ਸੋ ਉਹ ਨਹੀਂ ਕਰਨਾ ਚਾਹੀਦਾ। ਅਸੀਂ ਗੰਭੀਰ ਇੱਕ ਮੁੱਦੇ ਦੇ ਉੱਤੇ ਡਿਬੇਟ ਕਰ ਰਹੇ ਹਾਂ ਜਿਹਦੇ ਵਿੱਚ ਕੁਝ ਗਲਤ ਹੋਣ ਵਾਲਾ ਸੀਗਾ। ਇਹ ਤੇ ਰੱਬ ਨੇ ਚੰਗਾ ਕੀਤਾ ਕਿ ਉਹ ਜੋ ਗਲਤ ਹੋਣ ਵਾਲਾ ਸੀਗਾ ਉਹ ਹੋਇਆ ਨਹੀਂ, ਤੇ ਇਹਦੇ ਵਾਸਤੇ ਮੈਂ ਡੈਫੀਨੇਟਲੀ ਚੀਫ ਮਿਨਿਸਟਰ ਨੂੰ ਥੈਂਕ ਯੂ ਕਹਿਣਾ ਤੇ ਆਪਣੇ ਐਮਪੀ ਅੰਮ੍ਰਿਤਸਰ ਦੇ ਐਮਪੀ ਨੂੰ ਉਹਨਾਂ ਨੂੰ ਮੈਂ ਰਿਕਮੈਂਡ ਕਰਨਾ ਠੀਕ ਹੈ ਅੱਗਿਓਂ ਉਸ ਤਰੀਕੇ ਦੇ ਨਾਲ ਇਰਰਿਸਪੌਂਸਿਬਲੀ ਸੋਸ਼ਲ ਮੀਡੀਆ ਦਾ ਨਾ ਇਸਤੇਮਾਲ ਕਰਨ ਤੇ ਜਿਹੜਾ ਇਹ ਹੁਣ ਸਬਮਿਟ ਹੋਣਾ ਹੈ ਉੱਥੇ G20 ਦਾ, ਉਹਨੂੰ ਗੱਜ ਵੱਜ ਕੇ ਸਕਸੈਸਫੁਲ ਕਰਨ ਦੇ ਵਾਸਤੇ ਸਾਰੇ ਅਸੀਂ ਇਕਜੁੱਟ ਲੱਗ ਜਾਈਏ ਤਾਂ ਕਿ ਜੋ ਸਾਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਪੋਲਿਟਿਕਸ ਆਪਣੀ ਜਗ੍ਹਾ ਹੁੰਦੇ ਨੇ, ਆਪਾਂ ਬ੍ਰੇਕ ਨਹੀਂ ਹੋਣਾ, ਆਪਾਂ ਆਪਣੇ ਪੰਜਾਬ ਦੇ ਹਿੱਤ ਦੇ ਖਿਲਾਫ ਕੋਈ ਚੀਜ਼ ਕਰਨੀ ਨਹੀਂ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਉਸ ਸਮਿਟ ਨੂੰ ਪੂਰੀ ਤਰ੍ਹਾਂ ਨਾਲ ਸਕਸੈਸਫੁਲ ਕਰਨ ਦੇ ਵਾਸਤੇ ਲੱਗ ਜਾਣਾ ਚਾਹੀਦਾ। ਠੀਕ ਹੈ ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਆਉਂਗਾ। ਇੱਕ ਵਾਰ ਮੈਂ ਪੀਰ ਮੁਹੰਮਦ ਸਾਹਿਬ ਦਾ ਰੁਖ ਕਰ ਲਵਾਂ। ਅਕਾਲੀ ਦਲ ਤੋਂ ਸਾਡੇ ਨਾਲ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ। ਸਾਜ਼ਿਸ਼ ਨਜ਼ਰ ਆਉਂਦੀ ਹੈ ਇਸ ਦੇ ਪਿੱਛੇ ਕੋਈ? ਇਹ G20 ਦੀ ਗੱਲ ਵੀ ਇਸ ਕਰਕੇ ਕਰਨੀ ਪੈ ਰਹੀ ਹੈ ਕਿਉਂਕਿ ਜਿਵੇਂ ਜੈਵੰਸ਼ ਜੀ ਕਹਿ ਰਹੇ ਕਿ ਤਾਂ ਪੰਜਾਬ ਦਾ ਮਸਲਾ ਹੈ, ਦੇਸ਼ ਦਾ ਮਸਲਾ ਹੈ। ਇੱਥੇ ਤਾਂ ਪੋਲੀਟੀਕਲ ਪਾਰਟੀਆਂ ਆਪਣੀ ਪਾਰਟੀ ਲਾਈਨ ਤੋਂ ਉੱਤੇ ਉੱਠ ਕੇ ਵੀ ਗੱਲ ਕਰਦੀਆਂ ਨੇ। ਤੁਹਾਨੂੰ ਲੱਗਦਾ ਕਿ ਇੱਥੇ ਕੋਈ ਸਾਜ਼ਿਸ਼ ਘੜੀ ਜਾ ਰਹੀ ਸੀ ਜਿਸ ਨੂੰ ਸਮਾਂ ਰਹਿੰਦੇ ਹੀ ਖਤਮ ਕਰ ਦਿੱਤਾ ਗਿਆ ਜਾਂ ਨਕੇਲ ਕੱਸ ਦਿੱਤੀ ਗਈ? ਉਸ ਮਾਹੌਲ ਦੇ ਵਿੱਚ ਦੇਖੋ ਇਹ ਮਾਹੌਲ ਬਣਾਇਆ ਕਿ ਆਮ ਆਦਮੀ ਪੀਰ ਮੁਹੰਮਦ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ। ਮੈਂ ਦੁਬਾਰਾ ਕੋਸ਼ਿਸ਼ ਕਰਦਾ ਆਪਣੀ ਟੀਮ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਅਸੀਂ ਚੈੱਕ ਕਰ ਲਈਏ। ਸੰਘੇੜਾ ਸਾਹਿਬ ਰਿਐਕਸ਼ਨ ਦੇ ਦਿਓ। ਕਹਿੰਦੇ ਤੁਸੀਂ ਕੋਈ ਮਰਜ਼ੀ ਮਸਲਾ ਹੋਵੇ ਕੋਈ ਨਾ ਕੋਈ ਹੋਰ ਵਿਚਾਲੇ ਲਿਆ ਕੇ ਇੱਕ ਵਿਕਟਿਮ ਕਾਰਡ ਖੇਡਣ ਦੀ ਕੋਸ਼ਿਸ਼ ਕਰਦੇ ਹੋ, ਜਿਹੜੇ ਤੁਹਾਡੇ ਵਿਰੋਧੀ ਇਸ ਸਮੇਂ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਹਾਨੂੰ ਲੱਗਦਾ ਕਿ ਬਸ ਸਾਰੇ ਸਾਡੇ ਪਿੱਛੇ ਪਏ ਹੋਏ ਨੇ, ਹੋਰ ਕੁਝ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਸਾਡੇ ਹੀ ਪਿੱਛੇ ਪਏ ਹੋਏ ਨੇ। ਜਿਹੜੇ ਵੀ ਜੋ ਵੀ ਸ਼ਰਾਰਤ ਕਰਦੇ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਅਸੀਂ ਕੋਈ ਇੰਨੇ ਗੀਗੇ ਨਹੀਂ ਹੈਗੇ ਵੀ ਜੋ ਇਹ ਮਰਜ਼ੀ ਕਰੀ ਜਾਣ ਤੇ ਅਸੀਂ ਵਿਕਟਿਮ ਕਾਰਡ ਖੇਡਾਂਗੇ ਜਾਂ ਵਿਚਾਰੇ ਬਣਾਂਗੇ। ਅਸੀਂ ਵਿਚਾਰੇ ਨਹੀਂ ਹੈ, ਅਸੀਂ ਇਨਕਲਾਬ ਜਿੰਦਾਬਾਦ ਕਹਿਣ ਵਾਲੇ ਲੋਕ ਹੈਗੇ ਆ, ਆਮ ਆਦਮੀ ਆ ਤੇ ਆਮ ਆਦਮੀਆਂ ਦੇ ਵਿੱਚ ਰਹਿੰਦੇ ਆ, ਧੜੱਲੇ ਨਾਲ ਸੱਚਾਈ ਦੀ ਗੱਲ ਕਰਦੇ ਆ। ਜਿਹੜੀ ਅਸੀਂ ਗੱਲ ਕਰਨੇ ਆ ਸਮੇਤ ਸਬੂਤ ਕਰਨੇ ਆ। ਮਾਨ ਸਾਹਿਬ ਦੇ ਚਿਹਰੇ ਤੇ ਉਹਨਾਂ ਨੇ ਫਿਊ ਸੈਕਿੰਡਸ ਲਈ ਕੁਝ ਬੋਲਿਆ, ਉਹਨਾਂ ਦੇ ਚਿਹਰੇ ਤੇ ਤੁਹਾਨੂੰ ਲੱਗਿਆ ਕੁਝ? ਉਹਨਾਂ ਨੇ ਬੜੇ ਕੌਨਫੀਡੈਂਸ ਨਾਲ ਕਿਹਾ ਮੀਡੀਆ ਨੂੰ ਕਿ ਸ਼ਾਮ ਤੱਕ ਇਹ ਚਲਾ ਦਿਓ ਵੀ ਕੋਈ ਕੈਂਸਲ ਨਹੀਂ, ਐਵੇਂ ਰੌਲਾ ਪਾਈ ਜਾਂਦੇ ਆ। ਸੋ ਸਾਨੂੰ ਪਤਾ ਆ ਕਿ ਕੀ ਕਰ ਰਹੇ ਨੇ, ਅਸੀਂ ਕੀ ਕਰਨਾ ਆ। ਅਸੀਂ ਲੋਕਾਂ ਚੋਂ ਆਏ ਆ, ਲੋਕਾਂ ਦੇ ਵਿੱਚ ਹੀ ਰਹਿੰਦੇ ਆ, ਲੋਕਾਂ ਲਈ ਕੰਮ ਕਰਦੇ ਆ। ਮੇਰੇ ਕੋਲ ਬਹੁਤ ਐਗਜ਼ਾਮਪਲਸ ਨੇ ਜਿਸ ਤਰ੍ਹਾਂ ਮੰਦਭਾਗੀ ਘਟਨਾ ਹੋਈ ਹੈ ਅਜਨਾਲੇ ਵਾਲੀ। ਪੁਲਿਸ ਕਰਮੀਆਂ ਦੇ ਸਿਰ ਵੀ ਪਾਟੇ ਆ ਔਰ ਪੁਲਿਸ ਕਰਮੀਆਂ ਦੀ ਸ਼ਲਾਘਾ ਵੀ ਆਫੀਸਰਸ ਦੀ ਸਾਰਿਆਂ ਦੀ ਹੋਈ, ਸਾਰੀ ਦੁਨੀਆ 'ਚ ਹੋ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਓਟ ਬਣਾ ਕੇ ਮਤਲਬ ਮੋਹਰੇ ਲਾ ਕੇ ਉਹਨਾਂ ਨੇ ਜੋ ਕੀਤਾ ਤੇ ਪੁਲਿਸ ਨੇ ਬਹੁਤ ਸੰਯੋਗ ਤੋਂ, ਬਹੁਤ ਤਹਮਲ ਤੋਂ, ਬਹੁਤ ਸੂਝ-ਬੂਝ ਨਾਲ ਕੰਮ ਕੀਤਾ ਕਿ ਵੱਡੀ ਘਟਨਾ ਨਹੀਂ ਵਾਪਰੀ। ਤੇ ਸਾਰੇ ਹੀ ਆਗੂ ਥਾਣੇ ਤੇ ਹਮਲਾ ਹੋ ਗਿਆ ਹੈ। ਇਹ ਵੀ ਬਹੁਤ ਵੱਡੀ ਗੱਲ ਹੈ ਜਿਹੜੀ ਹੋਈ ਆ। ਮੈਂ ਨਹੀਂ ਉਹਨੂੰ ਘਟਾ ਕੇ ਕਹਿੰਦਾ, ਪਰ ਇੱਕ ਜਦੋਂ ਤੁਸੀਂ ਥਾਣੇ ਤੇ ਹਮਲਾ ਇੱਕ ਪੰਜਾਬ ਦਾ ਆਗੂ ਕਵੇ ਕਿਸੇ ਪਾਰਟੀ ਦਾ ਪ੍ਰਧਾਨ ਤੇ ਉਹ ਇਸ ਤਰ੍ਹਾਂ ਪ੍ਰੈਜ਼ੈਂਟ ਕਰਨਗੇ ਜਿੱਦਾਂ ਅੱਤਵਾਦੀ ਹਮਲਾ ਹੋ ਗਿਆ ਹੈ, ਤਾਂ ਸਾਡੇ ਹੀ ਮੁੰਡੇ ਨੇ ਨਾ, ਜਿੰਨੀ ਦੇਰ ਉਹਨਾਂ ਦੇ ਵਿਰੁੱਧ ਕੁਝ ਲੱਭਦਾ ਨਹੀਂ ਹੈ। ਉਹ ਠੀਕ ਆ, ਉਹਨਾਂ ਨੇ ਧੋਖਾ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਨਹੀਂ ਸੀ ਲੈ ਕੇ ਆਉਣਾ ਚਾਹੀਦਾ। ਗੱਲਬਾਤ ਉਹਨਾਂ ਨੇ ਕਰਨ ਦੀ ਗੱਲ ਕੀਤੀ ਸੀਗੀ, ਪਰ ਉਹਨਾਂ ਨੇ ਉਸ ਤੇ ਹੁੱਲੜਬਾਜ਼ੀ ਕੀਤੀ, ਆਈ ਵੁੱਡ ਸੇ, ਤੇ ਹੁੱਲੜਬਾਜ਼ੀ ਨੂੰ ਹੁੱਲੜਬਾਜ਼ੀ ਕਹਿਣਾ ਚਾਹੀਦਾ।
ਬਹੁਤ ਉਦਾਹਰਨਾਂ ਨੇ ਗੌਰਵ ਜੀ ਜਿੱਥੇ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਔਰ ਅਫਵਾਹਾਂ ਫਲਾਈਆਂ ਜਾਂਦੀਆਂ ਆ। ਇਹ ਕੱਲੀ ਗੱਲ ਤੇ ਮੈਂ ਜਵਾਬ ਦੇ ਸਕਦਾ ਹਾਂ, ਪਰ ਉਹ ਟੌਪਿਕ ਨਹੀਂ ਹੈਗਾ। ਮੈਂ ਇਹ ਸਾਜ਼ਿਸ਼ ਵੀ ਜਿਹੜੀ ਆ, ਜੇ ਡਾਇਰੈਕਟ ਤੌਰ ਤੇ ਕੋਈ ਤੁਸੀਂ ਅਜਨਾਲਾ ਤੇ G20 ਸਮਿਟ ਨੂੰ ਜੋੜ ਕੇ ਦੇਖ ਰਹੇ ਹੋ? ਨਹੀਂ, ਮੇਰਾ ਮਤਲਬ ਵੀ ਉਹਦੇ ਵਿੱਚ ਨਹੀਂ, ਦੇਖੋ ਜ਼ਿਕਰ ਇਹੀ ਹੁੰਦਾ ਰਿਹਾ ਜਦੋਂ ਰੌਲਾ ਪੈ ਰਿਹਾ ਸੀ, ਅਫਵਾਹਾਂ ਦਾ ਬਾਜ਼ਾਰ ਗਰਮ ਸੀ, ਤਾਂ ਉਸ ਸਮੇਂ ਰੌਲਾ ਇਹੀ ਪੈ ਰਿਹਾ ਸੀ ਇਹ ਫਲਾਈ ਕਿ ਅਜਨਾਲਾ ਦੀ ਵਜ੍ਹਾ ਦੇ ਨਾਲ ਇਹ ਕੈਂਸਲ ਹੋਣ ਜਾ ਰਿਹਾ ਜਾਂ ਹੋ ਗਿਆ ਹੈ। ਇਹ ਫਲਾਈ ਤਾਂ ਗਈ ਹੈ ਗੌਰਵ ਜੀ, ਮੈਂ ਤਾਂ ਇਹ ਸਮਝਦਾ ਹਾਂ ਵੀ ਇਹ ਗੱਲ ਫਲਾਈ ਹੀ ਤਾਂ ਗਈ ਆ ਵੀ ਅਜਨਾਲਾ ਵਾਲੀ ਜਿਹੜੀ ਗੱਲ ਹੈ ਉਹਦੇ ਨਾਲ ਜੁੜ ਜਵੇ। ਇਹ ਐਦਾਂ ਲੱਗੇ ਵੀ ਪੰਜਾਬ ਅਸਥਿਰ ਹੈ, ਪੰਜਾਬ ਅਸਥਿਰ ਹੈ, ਠੀਕ ਹੈ ਨਾ, ਜਿਸ ਤਰ੍ਹਾਂ ਬੀਜੇਪੀ ਵੀ ਇਹ ਪ੍ਰਚਾਰ ਕਰ ਰਹੀ ਆ। ਪੰਜਾਬ ਦੇ ਵਿੱਚ ਡੇਟਾ ਦੇ ਨਾਲ, ਅੰਕੜਿਆਂ ਦੇ ਨਾਲ ਕ੍ਰਾਈਮ ਰੇਟ ਘਟਿਆ ਆ, ਬਹੁਤ ਚੰਗੇ ਕੰਮ ਹੋ ਰਹੇ ਨੇ, ਜਿਹੜੀਆਂ ਮੰਦਭਾਗੀਆਂ ਘਟਨਾਵਾਂ ਹੋ ਜਾਂਦੀਆਂ ਨੇ। ਅੱਜ ਵੀ ਉਹ ਜਿਹੜੀ ਖਬਰ ਆਈ ਆ ਜੇਲ੍ਹਾਂ ਦੇ ਵਿੱਚ ਜੋ ਕੁਝ ਹੋਇਆ ਆ ਔਰ ਵੀਡੀਓ ਆਈ ਆ, ਇਹ ਕਿੰਨਾ ਸਖਤ ਐਕਸ਼ਨ ਲਿਆ ਆ ਮੁੱਖ ਮੰਤਰੀ ਸਾਹਿਬ ਨੇ। ਚਲੋ ਮੈਂ ਜਵਾਬ ਲੈ, ਅਧਿਕਾਰੀ ਫੜੇ ਜਿਹੜੇ ਮੁਅੱਤਲ ਕੀਤੇ ਤੇ 5 ਅਰੈਸਟ ਕਰ ਲਏ ਆ, ਨੋਮੀਨੇਟ ਕਰਤੇ FIR ਦੇ ਵਿੱਚ, ਅਰੈਸਟ ਵੀ ਕਰ ਲਏ ਆ। ਸੋ ਜਿਹੜੀ ਕ੍ਰਾਈਮ ਹੁੰਦਾ ਆ ਜਿਹੜਾ ਉਹਦੇ ਤੇ ਕਾਰਵਾਈ ਤੁਰੰਤ ਹੁੰਦੀ ਆ। ਸੁਖਦੇਵ ਜੀ ਦੇਖੋ ਗੱਲ ਇਹ ਹੈ, ਚਲੋ ਅਸੀਂ ਤਾਂ ਉਹ ਗੱਲ ਛੇੜਨੀ ਨਹੀਂ ਸੀ ਚਾਹੁੰਦੇ। ਹੁਣ ਜੇ ਸੰਘੇੜਾ ਸਾਹਿਬ ਨੇ ਛੇੜ ਹੀ ਲਈ, ਮੈਂ ਸੰਘੇੜਾ ਸਾਹਿਬ ਦੀ ਗੱਲ ਨੂੰ ਹੀ ਅੱਗੇ ਕਰ ਦਿੰਦਾ। ਸੰਘੇੜਾ ਸਾਹਿਬ ਨੇ ਮੰਨਿਆ ਇਹ ਕਹਿੰਦੇ ਹੁੱਲੜਬਾਜੀ ਹੋਈ, ਫਿਰ ਹੁੱਲੜਬਾਜੀ ਦੇ ਨਾਲ ਟਾਂਕੇ ਲੱਗਦੇ ਆ ਅਫਸਰਾਂ ਦੇ, SP ਦੇ ਸਿਰ ਪਾੜਦੇ ਆ ਹੁੱਲੜਬਾਜੀ ਦੇ ਵਿੱਚ। ਔਰ ਜੇ ਹੁੱਲੜਬਾਜੀ ਹੋਈ ਹੈ ਤਾਂ ਫਿਰ ਉਹ ਜਿਹੜੇ ਪੁਲਿਸ ਵਾਲੇ ਫੱਟੜ ਹੋ ਕੇ ਹਸਪਤਾਲ ਪਏ ਜਲਦੀ ਖਬਰ ਲੈਣ ਜਾਂਦੇ ਆ, ਕਿਉਂ ਜਾਂਦੇ ਆ? ਦੈਟ ਮੀਨਸ ਉਹਨਾਂ ਨੇ ਸੱਟਾਂ ਆਪੇ ਮਾਰ ਲੀਆਂ, ਕਿਉਂਕਿ ਹੁੱਲੜਬਾਜੀ ਨਾਲ ਤਾਂ ਸੱਟਾਂ ਵੱਜਦੀਆਂ ਨਹੀਂ। ਆਪੇ ਮਾਰੀਆਂ, ਬਹੁਤ ਮਾਰੀ ਘਟਨਾ ਆ, ਤੁਹਾਡੀ ਗੱਲ ਚ ਨਹੀਂ ਬੋਲਿਆ, ਬਹੁਤ ਵੱਡੀ ਘਟਨਾ ਆ, ਤੁਹਾਡੀ ਗੱਲ ਚ ਨਹੀਂ ਬੋਲਿਆ, ਬਹੁਤ ਵੱਡੀ ਘਟਨਾ ਆ, ਪਰ ਅੱਤਵਾਦੀ ਹਮਲੇ ਦੇ ਤੌਰ ਤੇ ਪੇਸ਼ ਕਰਨਾ ਗਲਤ ਹੈ। ਠੀਕ ਹੈ, ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਵਾਪਸ ਨਹੀਂ ਸੁਖਦੇਵ ਜੀ, ਇੱਕ ਸੈਕਿੰਡ ਦੋ ਚੀਜ਼ਾਂ ਹੈਗੀਆਂ। ਇੱਕ ਸੈਕਿੰਡ ਸੁਖਦੇਵ ਜੀ, ਇੱਕ ਸੈਕਿੰਡ ਸਰ, ਤੁਸੀਂ ਸੁਣੋ। ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਜਿਸ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਨੇ ਪੇਸ਼ ਕੀਤਾ ਉਸ ਤਰੀਕੇ ਨਾਲ ਨਹੀਂ ਸੀ, ਉੱਥੇ ਪਹੁੰਚ ਗਏ ਉਹ ਵੀ ਪੰਜਾਬੀ ਨੇ, ਉਹ ਚਾਹੇ ਅੰਮ੍ਰਿਤਪਾਲ ਦੇ ਸਮਰਥਕ ਹੋਣ, ਪੰਜਾਬੀ ਨੇ, ਕਹਿੰਦੇ ਕੋਈ ਅੱਤਵਾਦੀ ਹਮਲਾ ਨਹੀਂ ਹੋ ਗਿਆ ਸੀ। ਨਹੀਂ, ਮੇਰੀ ਗੱਲ ਹੁਣ ਪੂਰੀ ਸੁਣ ਲਓ ਜੀ। ਮੈਂ ਇੱਕ ਗੱਲ ਇਹਨਾਂ ਦੀ ਮੰਨ ਲਈ, ਹੁੱਲੜਬਾਜੀ ਸੀ, ਟਾਂਕੇ ਲੱਗ ਗਏ, ਆਪੇ ਮਾਰ ਲੀਆਂ ਸੱਟਾਂ ਪੁਲਿਸ। ਮੈਂ ਨਹੀਂ ਕਿਹਾ ਆਪੇ ਮਾਰ ਲੀਆਂ, ਤੁਸੀਂ ਮੂੰਹ 'ਚ ਗੱਲ ਪਾਉਣੇ ਹੋ, ਫਿਰ ਤੁਸੀਂ ਗੁੱਸਾ ਕਰਦੇ ਹੋ ਜਦੋਂ ਮੈਂ ਬੋਲਦਾ। ਕੋਈ ਕਿਸੇ ਨੇ ਨਹੀਂ ਆਪੇ ਮਾਰੀਆਂ। ਸੰਘੇੜਾ ਸਾਹਿਬ ਦੀ ਗੱਲ ਤੁਸੀਂ ਕੀਤੀ ਹੈ, ਪੁਲਿਸ ਸਾਹਿਬ ਤੁਸੀਂ ਗੱਲ ਕੀਤੀ ਹੈ, ਉਹਦੇ ਸਾਰੀ ਨੇ ਤਾਂ ਦੱਸ ਹੋ ਗਏ, ਇਸ ਦੇ ਉੱਤੇ ਤਾਂ ਕੋਈ ਕਨਫਿਊਜ਼ਨ ਹੈ ਹੀ ਨਹੀਂ। ਸੁਖਦੇਵ ਜੀ ਕੋਈ ਕਨਫਿਊਜ਼ਨ ਨਹੀਂ, ਠੀਕ ਹੈ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਫਿਰ ਵੀ ਸੁਣੂਗਾ ਨਾ, ਤੁਸੀਂ ਫੇਰ ਐਲੀਗੇਸ਼ਨ ਠੀਕ ਹੈ, ਸੁਖਦੇਵ ਜੀ ਗੱਲ ਕਲੀਅਰ ਕਰੋ। ਦੇਖੋ ਕੋਈ ਕਨਫਿਊਜ਼ਨ ਨਹੀਂ ਹੈ, ਉਸਦੇ ਉੱਪਰ ਕੋਈ ਕਨਫਿਊਜ਼ਨ ਨਹੀਂ। ਇਹਦੇ ਵਾਲੇ ਨਹੀਂ, ਇੱਕ ਸੈਕਿੰਡ ਸਰ, SP ਵਾਲੀ ਗੱਲ ਦੇ ਉੱਪਰ ਤੇਰੀ ਬਦਮਾਸ਼ੀ ਨਹੀਂ ਚੱਲਣੀ। ਠੀਕ ਹੈ, ਆਪਣੀ ਗੱਲ ਕੰਪਲੀਟ ਕਰੋ। ਠੀਕ ਹੈ, ਆਪਣੀ ਗੱਲ ਜਿੱਤਨੀ ਕਰਾਉਣੀ ਚਾਹੋ। ਤੁਸੀਂ ਮੇਰੇ ਮੂੰਹ 'ਚ ਨਾ ਗੱਲ ਪਾਓ, ਗਲਤ ਗੱਲ। ਇੱਕ ਹੀ ਕਰਕੇ ਸਰ ਲੋਕਾਂ ਨੂੰ ਸਮਝ ਆਵੇ, ਆਪਾਂ ਤਿੰਨੋਂ ਬੋਲ ਰਹੇ ਹਾਂ, ਲੋਕਾਂ ਨੂੰ ਸਮਝ ਨਹੀਂ ਆਏਗਾ, ਪਲੀਜ਼ ਸੁਖਦੇਵ ਜੀ। ਇਹਨਾਂ ਨੂੰ ਹਟਾਓ ਨਾ, ਤੁਸੀਂ ਇਹਨਾਂ ਨੂੰ ਹਟਾਓ, ਹਟਦੇ ਕਿਉਂ ਨਹੀਂ? ਤੁਸੀਂ ਪੁਆਇੰਟ ਤੇ ਆ ਜਾਓ ਸਰ, ਪੁਆਇੰਟ ਤੇ ਆ ਜਾਓ। ਆਪਾਂ G20 ਤੇ ਰਹੀਏ, ਆਪਾਂ ਹੋਰ ਪਾਸੇ ਨਾ ਚਲੇ ਜਾਈਏ, ਪਰ ਆਪਸ ਵਿੱਚ ਜੁੜੇ ਹੁੰਦੇ ਨੇ ਮਾਮਲੇ, ਇਸ ਕਰਕੇ ਗੱਲ ਨਹੀਂ ਹੁੰਦੀ। ਕੰਪਲੀਟ ਕਰੋ। ਠੀਕ ਹੈ, ਇੱਕ ਕੰਪਲੀਟ ਕਰੋ। ਗੱਲ ਇਹ ਹੈ, ਇਹਨਾਂ ਨੇ ਗੱਲ ਛੇੜ ਲਈ ਜੀ, ਮੈਨੂੰ ਇਹ ਦੱਸ ਦੇਣ ਫਿਰ ਸੰਘੇੜਾ ਸਾਹਿਬ, 10 ਦਿਨ ਬਾਅਦ FIR ਹੋ ਗਈ, ਔਰ ਜੇ ਫੈਸਲੇ ਬੇਗੁਨਾਹ ਤੇ ਗੁਨਾਹ ਦੇ ਬੰਦੇ ਇਕੱਠੇ ਕਰਕੇ ਜਾ ਕੇ ਮੌਕੇ ਤੇ ਕਰਾਉਣਗੇ, ਤਾਂ ਫਿਰ DGP ਤੇ SSPਆਂ ਦੀ ਕੀ ਲੋੜ ਹੈ ਵੀ ਉਹਨਾਂ ਨੂੰ ਦਰਖਾਸਤਾਂ ਦਿੰਦੇ ਫਿਰਦੇ ਆ ਵੀ ਸਾਡੀ ਇਨਕੁਆਇਰੀ ਲਾ ਦਿਓ, ਫਿਰ ਉੱਥੇ ਹੀ ਕਰਾ ਲਿਆ ਕਰਾਂਗੇ। ਇਸ ਕਰਕੇ ਇਹ ਇਸ ਗੱਲ ਨੂੰ ਹੁਣ ਘਟਾ ਕੇ ਦੱਸਣ ਦੀ ਗੱਲ ਕਰਦੇ ਆ, ਇਹਨਾਂ ਨੇ ਖੁਦ ਛੇੜੀ ਹੈ। ਔਰ ਉਹ ਮਸਲਾ ਛੋਟਾ ਨਹੀਂ, ਮਸਲਾ ਬਹੁਤ ਵੱਡਾ ਹੈ। ਔਰ ਮੈਂ ਇੱਕ ਗੱਲ ਜਿਹੜੀ ਗੱਲ ਕਰਦਾ, ਡੀਸਟੇਬਲਾਈਜ਼ ਕਰਨ ਦੀ ਇਹ ਕੋਸ਼ਿਸ਼ ਕਰ ਰਹੇ ਨੇ। ਅਗਲੀ ਗੱਲ, ਮੈਂ ਇੱਕ ਗੱਲ ਦੀ ਮੈਂ ਵੀ ਐਪਰੀਸ਼ੀਏਟ ਕਰਦਾ ਪੁਲਿਸ ਦੀ, ਉਸ ਟਾਈਮ ਉੱਥੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੀਗੀ, ਠੀਕ ਹੈ, ਤੇ ਪਰ ਹੁਣ ਤਾਂ ਨਹੀਂ ਨਾ ਹੈ। ਜਦੋਂ FIR ਹੋਈਆਂ ਕਿਤੇ ਵੀ, ਉਹ ਬਾਅਦ ਚ ਹੀ ਹੋਈਆਂ। ਉੱਥੇ ਅਸੀਂ ਕਈ ਵਾਰੀ 0 FIR ਕਰ ਦਿੰਦੇ ਆ, ਅਣਪਛਾਤਿਆਂ ਦੀ ਵੀ ਕਰਦੇ ਆ, ਬਾਅਦ ਚ ਪਛਾਣ ਕਰਦੇ ਆ। ਉਹ CCTV ਵੀ ਲੱਗੇ ਅੱਜ ਕੱਲ੍ਹ ਥਾਣਿਆਂ 'ਚ, ਜੇ ਨਹੀਂ ਲੱਗੇ ਤਾਂ ਹੋਰ ਵੀ ਸਾਡੇ ਕੋਲੇ ਜਰੀਏ ਆ, ਬਹੁਤ ਬੰਦਿਆਂ ਦੀ ਪਛਾਣ ਹੋ ਜਾਂਦੀ ਹੈ, ਪਰ ਨਹੀਂ ਹੋਈ 10 ਦਿਨ ਬਾਅਦ, ਕਿਉਂਕਿ ਇਹਨਾਂ ਨੇ ਖੁਦ ਇਹਨਾਂ ਦੀ ਇਸ ਦੇ ਵਿੱਚ ਮਿਲੀ ਭੁਗਤ ਹੈ। ਮੈਂ ਅਗਲੀ ਗੱਲ ਜਿਹੜੀ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਮੌਕਾ ਲੱਗਣਾ ਚਾਹੀਦਾ, ਮੌਕਾ ਇਹਨਾਂ ਨੂੰ ਲੱਗਣਾ ਚਾਹੀਦਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਤੇ ਜਦੋਂ ਇਹਨਾਂ ਨੂੰ ਕੋਈ ਗੱਲ ਕਹੋ ਨਾ, ਫਿਰ ਇਹ ਉਹਦੇ ਉੱਤੇ ਆਪਦੇ ਲੈਵਲ। ਠੀਕ ਹੈ, ਚਲੋ ਮੈਂ ਹੁਣ ਜਵਾਬ ਲੈ ਜੀ। ਸੰਘੇੜਾ ਸਾਹਿਬ, ਗੌਰਵ ਜੀ ਆ ਵੀ ਗੱਲ ਬਿਲਕੁਲ ਟਵਿਸਟ ਕਰ ਰਹੇ ਆ ਨਾ ਸੁਖਦੇਵ ਜੀ। ਹੁਣ ਇੰਨਾ ਗੁੱਸਾ ਕਰਨ ਵਾਲੇ ਇਹਨਾਂ ਨੇ ਸੱਚੇ ਥੋੜੀ ਹੋ ਜਾਣਾ, ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਤਾਂ ਹੁਣ ਅਸੀਂ ਕਰੀਏ ਕੰਮ ਚੰਗੇ ਕਰਦੇ। ਮਤਲਬ ਬੇਸਿਕਲੀ ਮੈਂ ਤਾਂ ਬਿਲਕੁਲ ਹੀ ਨਹੀਂ ਕਿਹਾ, ਮੈਂ ਕਿਹਾ ਬਹੁਤ ਵੱਡੀ ਘਟਨਾ ਆ। ਮੈਂ ਤਾਂ ਕਿਹਾ ਵੀ ਉਹਨੂੰ ਇੱਕ ਥਿਨ ਲਾਈਨ ਹੁੰਦੀ ਆ, ਉਹ ਤੋਂ ਟਵਿਸਟ ਕਰਨਾ।
ਸਾਰੀ ਦੁਨੀਆ 'ਚ ਪੁਲਿਸ ਆਫੀਸਰ ਦੀ ਸਿਫਤ ਹੋ ਰਹੀ ਆ ਕਿ ਉਹ ਬਿਲਕੁਲ ਭੜਕਾਹਟ 'ਚ ਨਹੀਂ ਆਏ, ਔਰ ਜਿਹੜੀ ਕਾਰਵਾਈ ਕਰਨ ਦੀ ਗੱਲ ਹੈ ਕਾਰਵਾਈ ਹੋਏਗੀ। ਹਰ ਇੱਕ ਘਟਨਾ ਸੁਖਦੇਵ ਜੀ ਇੱਕੋ ਜਿਹੀ ਨਹੀਂ ਹੁੰਦੀ। ਇਸ ਘਟਨਾ ਦੇ ਪਿੱਛੇ ਅਸੀਂ ਪਹਿਲਾਂ ਵੀ ਕਿਹਾ ਆ ਬਹੁਤ ਕੁਝ ਸੀਗਾ, ਜਿਹਨੂੰ ਪੁਲਿਸ ਅਫਸਰਾਂ ਨੇ ਆਪਣੀ ਸੂਝ-ਬੂਝ ਨਾਲ ਉਹ ਸਾਜ਼ਿਸ਼ ਸਫਲ ਨਹੀਂ ਹੋਣ ਦਿੱਤੀ। ਸੋ ਇਹ ਹਰ ਇੱਕ ਚੀਜ਼ ਜਿਹੜੀ ਆ, ਹਰ ਇੱਕ ਘਟਨਾ ਅਰਥਮੈਟਿਕਲੀ ਨਹੀਂ ਸੋਲਵ ਹੁੰਦੀ। ਇਹਦੇ ਪਿੱਛੇ ਜਿਹੜੀਆਂ ਗੱਲਾਂ ਸੀਗੀਆਂ ਉਹਦੇ ਤੇ ਕਾਰਵਾਈ ਹੋ ਰਹੀ ਹੈ, ਬਹੁਤ ਜਲਦ ਹੋਏਗੀ। ਕਿਸੇ ਨੂੰ ਵੀ ਮੁਆਫ ਨਹੀਂ ਕੀਤਾ ਜਾਏਗਾ। ਜਿਹਨੇ ਜੋ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਆ ਉਹਦਾ ਪੂਰਾ ਹੋਵੇਗਾ, ਪਰ ਹਰ ਇੱਕ ਕੇਸ ਨੂੰ ਇਦਾਂ ਨਹੀਂ ਹੁੰਦਾ। ਮਤਲਬ ਉਸੇ ਵੇਲੇ ਤੁਸੀਂ ਕਹਿ ਰਹੇ ਹੋ ਕਿ ਇੰਤਜ਼ਾਰ ਕਰੋ। ਆਪਾਂ ਕਈ ਵਾਰ ਡਿਬੇਟ ਅਜਨਾਲਾ ਵਾਲਾ ਇਸ਼ੂ ਦੇ ਉੱਤੇ ਕਰ ਚੁੱਕੇ ਹਾਂ, ਘੁੰਮ ਫਿਰ ਕੇ ਗੱਲ ਆ ਜਾਂਦੀ ਹੈ ਕਿ ਥੋੜਾ ਜਿਹਾ ਇੰਤਜ਼ਾਰ ਕਰੋ, ਕਾਰਵਾਈ ਹੋਏਗੀ। ਸਿੰਗੜਾ ਸਾਹਿਬ ਇਹ ਵੀ ਲੱਗ ਰਿਹਾ ਕਿ ਸ਼ਾਇਦ ਸਮਿਟ ਤੱਕ ਇੰਤਜ਼ਾਰ ਕਰਨਾ ਪੈ ਜਾਵੇ, ਕਿ ਸਮਿਟ ਤੋਂ ਬਾਅਦ ਜਾ ਕੇ ਇਸ ਤਰੀਕੇ ਦਾ ਕੋਈ ਐਕਸ਼ਨ ਹੋਵੇ। ਇਹ ਵੀ ਸਮਝਿਆ ਜਾਵੇ ਕਿ ਇਸ ਤਰੀਕੇ ਨਾਲ ਵੀ ਹੋ ਸਕਦਾ ਨਹੀਂ। ਇਹ ਦੇਖੋ ਜਿਹੜੇ ਆਫੀਸਰ ਇਸ ਚੀਜ਼ ਨੂੰ ਹੈਂਡਲ ਕਰ ਰਹੇ ਆ, ਇਹ ਉਹਦੇ ਬਾਰੇ ਉਹੀ ਕਹਿ ਸਕਦੇ ਆ। ਆਈ ਡੋਂਟ ਵਾਂਟ ਟੂ ਜੰਪ ਮਾਈ ਜੂਰਿਸਡਿਕਸ਼ਨ, ਬਟ ਇਹ ਡੈਫੀਨੇਟ ਹੈ ਕਿ ਕਾਰਵਾਈ ਹੋਏਗੀ, ਢੁਕਵੀਂ ਕਾਰਵਾਈ ਹੋਏਗੀ। ਠੀਕ ਹੈ, ਤੁਸੀਂ ਸੇਫ ਏਰੀਆ ਦੇ ਵਿੱਚ ਰਹਿਣਾ ਚਾਹੁੰਦੇ ਹੋ। ਜੈਬੰਸ਼ ਜੀ ਦਾ ਰੁਖ ਕਰਦੇ ਹਾਂ। ਜੈਬੰਸ਼ ਜੀ, ਦੇਖੋ ਬਹੁਤ ਸਾਰੀਆਂ ਤਕਰੀਰਾਂ ਤੇ ਇੱਥੇ ਚੱਲ ਰਹੀਆਂ ਨੇ, ਪਰ ਗੱਲ ਇਹ ਕਿ ਵਾਕਈ ਅਜਨਾਲਾ ਤੇ ਸਮਿਟ ਦੋਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖਿਆ ਜਾ ਸਕਦਾ ਹੈ ਜਾਂ ਦੇਖਣਾ ਚਾਹੀਦਾ ਹੈ। ਠੀਕ ਹੈ, ਇੱਕ ਘਟਨਾ ਹੋ ਗਈ ਅਜਨਾਲਾ ਦੇ ਵਿੱਚ, ਪਰ ਉਸ ਦਾ ਇਹ ਵੀ ਮਤਲਬ ਨਹੀਂ ਕਿ ਪੰਜਾਬ ਆਪਣੇ ਇੰਨੇ ਵੱਡੇ ਇਵੈਂਟ ਨੂੰ ਲੈ ਕੇ ਕੋਈ ਚਿੰਤਿਤ ਹੋ ਜਾਵੇ ਜਾਂ ਉਸ ਨੂੰ ਲੈ ਕੇ ਅਫਵਾਹਾਂ ਫੈਲਾਣੀਆਂ ਸ਼ੁਰੂ ਕਰ ਦਿੱਤੀਆਂ ਜਾਣ। ਜ਼ਿਕਰ ਇਹੀ ਹੋ ਰਿਹਾ ਸੀ ਕਿ ਅਜਨਾਲਾ ਤੋਂ ਬਾਅਦ ਕਾਨੂੰਨ ਵਿਵਸਥਾ ਦੀ ਵਜ੍ਹਾ ਦੇ ਨਾਲ ਜਿਹੜਾ ਸਮਿਟ ਦਾ ਅੰਮ੍ਰਿਤਸਰ ਵਾਲੀ ਮੀਟਿੰਗ ਹੈ ਉਸ ਨੂੰ ਵੈਨਿਊ ਸ਼ਿਫਟ ਕੀਤਾ ਜਾ ਰਿਹਾ ਹੈ। ਗੌਰਵ ਜੀ, ਤੁਸੀਂ ਇਹ ਬਹੁਤ ਚੰਗਾ ਸਵਾਲ ਕੀਤਾ ਹੈ। ਦੇਖੋ, ਮੈਂ ਇੱਕ ਸਿਕਿਉਰਿਟੀ ਐਨਾਲਿਸਟ ਵੀ ਹੈਗਾ ਤੇ ਮੇਰਾ ਇਹ ਮੰਨਣਾ ਹੈ ਕਿ ਜਦੋਂ ਵੀ ਕੋਈ ਡੀਸਟੈਬਿਲਾਈਜੇਸ਼ਨ ਹੁੰਦੀ ਹੈ ਜਾਂ ਕੋਈ ਘਟਨਾ ਹੁੰਦੀ ਹੈ ਪੰਜਾਬ ਦੇ ਵਿੱਚ, ਉਹਨੂੰ ਫੋਰਨ ਫੋਰਸਿਸ ਜਿਹੜੇ ਸਾਡੇ ਦੁਸ਼ਮਣ ਨੇ ਉਹਨੂੰ ਆਪਣੇ ਵਾਸਤੇ ਯੂਜ਼ ਕਰਨ ਦੇ ਵਾਸਤੇ ਅੱਗੇ ਆ ਜਾਂਦੇ ਨੇ, ਉਹਦਾ ਫਾਇਦਾ ਉਠਾਉਣ ਦੇ ਵਾਸਤੇ ਆ ਜਾਂਦੇ ਨੇ। ਤੇ ਇੱਕ ਅੱਛੀ ਗਵਰਨਮੈਂਟ ਤੇ ਸਟਰੋਂਗ ਗਵਰਨਮੈਂਟ ਜਦੋਂ ਕਿਸੇ ਜਗ੍ਹਾ 'ਚ ਹੁੰਦੀ ਹੈ ਤੇ ਉਹਨੂੰ ਇਸਤੇਮਾਲ ਨਹੀਂ ਕਰ ਸਕਦੇ। ਇਹ ਗੱਲ ਜਿਹੜੀ ਹੈ ਅਜਨਾਲਾ 'ਚ ਜੋ ਹੋਈ ਉਹ ਹੋਣੀ ਨਹੀਂ ਸੀ ਚਾਹੀਦੀ, ਉਹ ਗਲਤ ਹੋ ਗਈ ਹੈ ਤੇ ਡੈਫੀਨੇਟਲੀ ਫੋਰਨ ਫੋਰਸਿਸ ਜਿਹੜੇ ਸਾਡੇ ਦੁਸ਼ਮਣ ਨੇ ਉਹਨੂੰ ਇਸਤੇਮਾਲ ਕਰਨਗੇ। ਹੁਣ ਸਾਡੀ ਜਿਹੜੀ ਸ਼ਮਤਾ ਬਣਦੀ ਹੈ ਐਜ਼ ਅ ਨੇਸ਼ਨ, ਐਜ਼ ਅ ਸਟੇਟ, ਕਿ ਅਸੀਂ ਉਹਨਾਂ ਦੇ ਇਹ ਸਾਰੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਚੈਲੰਜ ਕਰੀਏ। ਠੀਕ ਹੈ, ਅੱਜ ਜਿਹੜੀ ਸਾਡੀ ਇੱਥੇ ਡਿਬੇਟ ਹੋ ਰਹੀ ਹੈ ਇਹ ਅਜਨਾਲਾ ਦੇ ਬਾਰੇ ਨਹੀਂ ਹੈ। ਅਗਰ ਤੁਹਾਡਾ ਸਪੈਸਿਫਿਕ ਕੁਐਸਚਨ ਦਾ ਮੈਂ ਜਵਾਬ ਦੇਣਾ ਹੋਏ ਤੇ ਅਜਨਾਲਾ ਵਾਜ਼ ਅ ਵਨ ਆਫ ਇਨਸੀਡੈਂਟ। ਉਹਦੇ ਨਾਲ ਐਸਾ ਨਹੀਂ ਹੈ ਕਿ ਜਿੱਦਾਂ ਕਿ ਪੰਜਾਬ ਦਾ ਪੂਰਾ ਮਾਹੌਲ ਖਰਾਬ ਹੋ ਗਿਆ ਜਾਂ ਪੰਜਾਬ ਅੰਮ੍ਰਿਤਸਰ ਦੇ ਵਿੱਚ G20 ਦਾ ਸਮਿਟ ਨਹੀਂ ਕਰਾ ਸਕਦਾ। ਉਹ ਦੋਵੇਂ ਇਹ ਜੋ ਗੱਲ ਕਰਦਾ ਹੈ ਨਾ, ਉਹ ਦੁਸ਼ਮਣ ਦੇ ਵੱਲੋਂ ਦੀ ਗੱਲ ਕਰਦਾ ਹੈ। ਇਟ ਇਜ਼ ਅ ਫਾਲਸ ਨੈਰੇਟਿਵ ਵਿਚ ਹੈਜ਼ ਬੀਨ ਪੁੱਟ ਅਪ। ਹੁਣ ਅੱਜ ਜਿਹੜੀ ਸਾਡੀ ਡਿਬੇਟ ਹੈ ਗੌਰਵ ਜੀ, ਉਹ ਕਿਹੜੇ ਪਾਸੇ ਜਾਣੀ ਚਾਹੀਦੀ ਸੀਗੀ? ਇੱਕ ਤੇ ਸਾਨੂੰ ਇਹ ਦੱਸਣਾ ਚਾਹੀਦਾ ਸੀ ਸੰਗੇਰਾ ਜੀ ਨੂੰ ਆਪਣੇ ਤਾਰੀਫਾਂ ਦੇ ਪੁੱਲ ਭੰਨਣ ਦੇ ਬਗੈਰ ਕਿ ਇਹ ਕਿੰਨੇ ਸ਼ੁਰੂ ਕੀਤਾ, ਉਹਦੀ ਕੋਈ ਇਨਕੁਆਇਰੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਇਹ ਇਨਕੁਆਇਰੀ ਜਿਹੜੀ ਹੈ ਇਹ ਪੰਜਾਬ ਦੀ ਵਿਜੀਲੈਂਸ ਕਰ ਰਹੀ ਹੈ ਜਾਂ ਉਹਨਾਂ ਨੇ ਸੈਂਟਰ ਦੇ ਕੋਲੋਂ ਇਹਦੇ ਵਾਸਤੇ ਕੋਈ ਮਦਦ ਲਈ ਹੈ? ਕਿਉਂਕਿ ਅਗਰ ਕੋਈ ਇਸ ਤਰੀਕੇ ਦੇ ਨਾਲ ਸਾਡੇ ਉੱਤੇ ਸਾਈਬਰ ਅਟੈਕ ਹੋ ਰਿਹਾ ਹੈ ਤੇ ਕੋਈ ਸੋਸ਼ਲ ਮੀਡੀਆ ਦਾ ਅਟੈਕ ਹੋ ਰਿਹਾ, ਉਹਦੇ ਬਾਰੇ ਸਾਨੂੰ ਜਾਣਕਾਰੀ ਬਹੁਤ ਜ਼ਰੂਰੀ ਹੈ। ਤੇ ਦੂਸਰਾ, ਇਸ ਵੇਲੇ ਸੰਗੇਰਾ ਸਾਹਿਬ ਦੇ ਕੋਲ ਹੁਣ ਜਿਹੜੇ 15-20 ਮਿੰਟ ਹੈਗੇ ਨੇ, ਉਹਨਾਂ ਨੂੰ ਉਹ ਪੂਰੇ ਇਸੇ ਵਾਸਤੇ ਇਸਤੇਮਾਲ ਕਰ ਦੇਣੇ ਚਾਹੀਦੇ ਨੇ, ਆਸ਼ਵਾਸਨ ਦੇਣ ਵਾਸਤੇ ਕਿ ਸਰਕਾਰ, ਪੰਜਾਬ ਸਰਕਾਰ ਦੇ ਵੱਲੋਂ ਬੜਾ ਗੱਜ-ਵੱਜ ਕੇ ਅੰਮ੍ਰਿਤਸਰ ਦੇ ਵਿੱਚ G20 ਦਾ ਸਮਿਟ ਹੋਏਗਾ। ਤੇ ਮੈਂ ਉਹਨਾਂ ਨੂੰ ਇਹ ਆਸ਼ਵਾਸਨ ਦਿੰਦਾ ਕਿ ਜੋ ਮੰਗਣਗੇ ਸੈਂਟਰ ਦੇ ਕੋਲੋਂ, ਜੋ ਕਹਿਣਗੇ ਸੈਂਟਰ ਨੂੰ ਕਰਨ ਵਾਸਤੇ, ਜੋ ਸਾਨੂੰ ਕਹਿਣਗੇ ਐਜ਼ ਬੀਜੇਪੀ ਪੰਜਾਬ, ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਸਭ ਕੁਝ ਕਰਾਂਗੇ। ਠੀਕ ਹੈ, ਸੰਗੇੜਾ ਸਾਹਿਬ ਜਵਾਬ ਦੇ ਦਿਓ। ਦੇਖੋ, ਪੋਲੀਟੀਕਲ ਪਾਰਟੀਆਂ ਇੱਕ ਲਾਈਨ ਬੜਾ ਕਲੀਅਰ ਹੈ, ਕਹਿੰਦੇ ਅਸੀਂ ਤੁਹਾਡੇ ਨਾਲ ਹੈ। ਪੁਆਇੰਟ ਨੰਬਰ 2, ਮੇਰਾ ਛੋਟਾ ਜਿਹਾ ਸਵਾਲ ਹੈ, ਲੋਕ ਵੀ ਇਹੀ ਗੱਲ ਸੋਚ ਰਹੇ ਹੋਣੇ ਸ਼ਾਇਦ ਬੈਠ ਕੇ ਕਿ ਜਿਨ੍ਹਾਂ ਨੇ ਅਫਵਾਹਾਂ ਫੈਲਾਈਆਂ ਉਹਨਾਂ ਤੇ ਐਕਸ਼ਨ ਕਰ ਦੋ ਨਾ ਸਰ। ਪੰਜਾਬ ਨੂੰ ਜੇਕਰ ਕੋਈ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਘੱਟੋ ਘੱਟ ਬੇਨਕਾਬਤਾ ਹੋਣਾ ਚਾਹੀਦਾ ਕਿ ਇੱਥੋਂ ਤੁਰੀ ਸੀ ਇਹ ਸਭ ਤੋਂ ਪਹਿਲਾਂ ਗੱਲ, ਕਿਸਨੇ ਤੋਰੀ, ਕਿਉਂ ਤੋਰੀ, ਔਰ ਕਿਵੇਂ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਪੂਰੇ ਪੰਜਾਬ 'ਚ ਗੱਲ ਹੋਣ ਲੱਗੀ G20 ਨੂੰ ਲੈ ਕੇ। ਬੇਨਕਾਬ ਕਰ ਦੇਵੇ ਨਾ ਸਰਕਾਰ। ਸਾਡੇ ਕੋਲ ਸਾਈਬਰ ਸੈੱਲ ਹੈਗਾ, ਬਹੁਤ ਸਾਰੀਆਂ ਏਜੰਸੀਆਂ ਹੈਗੀਆਂ, ਪਤਾ ਲੱਗੇ ਕਿ ਆਖਿਰ ਹੋਇਆ ਕਿਵੇਂ। ਗੌਰਵ ਜੀ, ਜਿਸ ਲੈਵਲ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਵੀ ਹੋਏਗੀ। ਉਹ ਅੱਜ ਦੀ ਡਿਬੇਟ ਦਾ ਨਹੀਂ ਹੈਗਾ ਇਸ਼ੂ, ਨਾ ਹੀ ਮੈਨੂੰ ਇਮੀਡੀਏਟ ਇਨਪੁਟ ਹੈ ਕੋਈ ਡਿਬੇਟ ਦਾ ਇਸ਼ੂ ਹੈ ਗੌਰਵ ਜੀ। ਉਹੀ ਤੇ ਅੱਜ ਦੀ ਡਿਬੇਟ ਦਾ ਇਸ਼ੂ ਹੈ। ਮੈਂ ਜੈਵੰਤ ਜੀ ਬੋਲ ਰਿਹਾ, ਮੈਨੂੰ ਜਵਾਬ ਦੇ ਦਿਓ। ਨਹੀਂ, ਉਹ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਕਿ ਹਾਂਜੀ, ਮੈਨੂੰ ਪਤਾ ਹੈ, ਮੈਂ ਉਹੀ ਕਹਿ ਰਿਹਾ ਵੀ ਇਨਪੁਟ ਨਹੀਂ ਹੈ ਮੇਰੇ ਕੋਲ ਇਮੀਡੀਏਟਲੀ ਅਜੇ, ਬਟ ਉਹ ਵੀ ਕਾਰਵਾਈ ਹੋ ਜਾਏਗੀ। ਬਾਕੀ ਜਿਹੜੇ ਜੈਵੰਤ ਸਿੰਘ ਜੀ ਕਹਿ ਰਹੇ ਨੇ ਨਾ ਵੀ ਪੂਰੀ ਸਪੋਰਟ ਹੈ, ਅਸੀਂ ਜਿੱਥੇ ਸਿਕਿਉਰਿਟੀ ਦਾ ਮਸਲਾ ਆ ਜਾਂ ਜਿੱਥੇ ਕੋਈ ਵੀ ਜਿਹੜਾ ਕਾਰਜ ਹੈ ਕੇਂਦਰ ਸਰਕਾਰ ਦਾ ਆ,
ਤੇ ਪੰਜਾਬ ਸਰਕਾਰ ਦਾ ਰਲ ਕੇ ਕਰਨ ਵਾਲਾ ਆ। ਮੈਜੋਰਿਟੀ ਚੀਜ਼ਾਂ ਵਿੱਚ ਮੈਂ ਤੁਹਾਡੇ ਕੋਲ ਬੈਠ ਕੇ ਇੱਥੇ ਹਮੇਸ਼ਾ ਹੀ ਕਹਿੰਦਾ ਆ ਕਿ ਪੰਜਾਬ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ ਕੇਂਦਰ ਸਰਕਾਰ ਨੂੰ। ਸਾਨੂੰ ਕੇਂਦਰ ਸਰਕਾਰ ਦੀ ਪੂਰੀ ਹਮਾਇਤ ਹੈ। ਪਿਛਲੇ ਕੁਝ ਦਿਨਾਂ 'ਚ ਹੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਆ। ਉਹਨਾਂ ਨੇ ਵੀ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਇੱਕ ਦੂਜੇ ਨਾਲ। ਜਿਹੜੀਆਂ ਗੱਲਾਂ ਤੇ ਸਾਨੂੰ ਨਹੀਂ ਪ੍ਰੋਬਲਮ, ਉੱਥੇ ਅਸੀਂ ਥੋੜੀ ਕਹਿੰਦੇ ਆ ਵੀ ਸਾਨੂੰ ਪ੍ਰੋਬਲਮ ਹੈਗੀ ਆ। ਹੈਗਾ ਆ, ਬਿਲਕੁਲ ਜੀ ਸਮਿਟ ਹੋ ਰਿਹਾ ਆ, ਸੰਮੇਲਨ ਹੋ ਰਿਹਾ ਆ, ਗੱਜ ਕੇ ਹੋ ਰਿਹਾ ਆ, ਔਰ ਅੰਮ੍ਰਿਤਸਰ 'ਚ ਹੀ ਹੋਏਗਾ। ਭਗਵੰਤ ਮਾਨ ਸਾਹਿਬ ਨੇ ਵੀ ਕਲੀਅਰ ਕਰਤਾ ਆ, ਕੇਂਦਰੀ ਲੀਡਰਸ਼ਿਪ ਨੇ ਵੀ, ਕੇਂਦਰ ਸਰਕਾਰ ਨੇ ਵੀ ਕਲੀਅਰ ਕੀਤਾ ਆ। ਜੈਵੰਤ ਸਿੰਘ ਜੀ ਵੀ ਇੱਥੇ ਕਹੀ ਜਾ ਰਹੇ ਆ। ਇਸ ਤਰ੍ਹਾਂ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਹੈ ਨਾ, ਜਿਸ ਤਰ੍ਹਾਂ ਅੱਜ ਜੈਵੰਤ ਸਿੰਘ ਜੀ ਦੀਆਂ ਮੈਜੋਰਿਟੀ ਗੱਲਾਂ ਬਜਾਏ ਕਿ ਮੇਰੇ ਤੋਂ ਥੋੜੇ ਜਿਹਾ ਔਖੇ ਨੇ, ਉਹ ਚਲੋ ਚੰਗੀ ਗੱਲ ਹੈ, ਤੇ ਬਾਕੀ ਸਾਰੀਆਂ ਗੱਲਾਂ ਇਹ ਬਹੁਤ ਚੰਗੀਆਂ ਲੱਗੀਆਂ ਨੇ। ਪਰ ਮੈਂ ਸਟਾਰਟਿੰਗ ਦੇ ਵਿੱਚ ਉਹੀ ਗੱਲ ਕੀਤੀ ਸੀ ਆਪਾਂ ਸੰਘੇੜਾ ਸਾਹਿਬ ਕਿ ਜਦੋਂ ਪੰਜਾਬ ਦਾ ਮਸਲਾ ਆਵੇ ਫਿਰ ਪੋਲੀਟੀਕਲ ਪਾਰਟੀਆਂ ਨੂੰ ਪਾਰਟੀ ਲਾਈਨ ਤੋਂ ਤਾਂ ਉੱਤੇ ਉੱਠਣਾ ਹੋਏਗਾ, ਹਰ ਕਿਸੇ ਨੂੰ ਉੱਠਣਾ ਹੋਏਗਾ। ਜੈਬੰਸ ਜੀ ਛੋਟਾ ਜਿਹਾ ਰਿਐਕਸ਼ਨ ਦੇ ਦਿਓ। ਪੀਰ ਮੁਹੰਮਦ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਰੁਖ ਕਰਦਾ। ਜੈਬੰਸ ਜੀ। ਹਾਂ, ਨਹੀਂ ਜੀ, ਬਿਲਕੁਲ ਸਹੀ ਹੈ। ਆਪਾਂ ਤੇ ਇਹ ਜਿਹੜਾ ਹੈਗਾ ਇਹ ਸਾਡੇ ਵਾਸਤੇ, ਪੰਜਾਬ ਦੇ ਵਾਸਤੇ ਚੁਣੌਤੀ ਹੈਗੀ ਹੈ। ਅਸੀਂ ਸਾਰੇ ਇੱਥੇ ਬੜੇ ਜ਼ਿੰਮੇਵਾਰ ਬੁਲਾਰੇ ਬੈਠੇ ਹੋਏ ਹਾਂ। ਸਾਰੇ ਆਪਣੇ ਆਪ ਨੂੰ ਅਸ਼ੋਰੈਂਸ ਦਈਏ ਕਿ ਜੋ ਮਰਜ਼ੀ ਹੋ ਜਾਏ, G20 ਦਾ ਸਮਿਟ ਤੇ ਜਿਹੜਾ ਹੈ ਉਹ ਇੱਕ ਹਿਸਟੋਰਿਕ ਸਮਿਟ ਹੋਏਗਾ, ਸਾਡੀ ਹੈਰੀਟੇਜ ਸਿਟੀ ਦੇ ਵਿੱਚ ਹੋਏਗਾ। ਇਹ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ। ਬੀਜੇਪੀ ਸਰਕਾਰ ਨੇ ਬਹੁਤ ਸੋਚ ਸਮਝ ਕੇ ਉੱਥੇ ਇਸ ਸਮਿਟ ਨੂੰ ਰੱਖਿਆ ਹੈ। ਕੋਈ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਬੀਜੇਪੀ ਸਰਕਾਰ ਪੂਰੀ ਦੁਨੀਆ ਨੂੰ, ਪੰਜਾਬ ਦਾ ਮੈਸੇਜ, ਸਿੱਖੀ ਦਾ ਮੈਸੇਜ, ਪੰਜਾਬੀਅਤ ਦਾ ਮੈਸੇਜ ਦੇਣਾ ਚਾਹੁੰਦੀ ਹੈ। ਤੇ ਸਾਨੂੰ ਇਸ ਗੱਲ ਦੇ ਉੱਤੇ ਕੋਈ ਲੜਾਈ ਝਗੜਾ ਕਰਨਾ ਹੀ ਨਹੀਂ ਚਾਹੀਦਾ। ਅਜਨਾਲੇ ਨੂੰ ਪਿੱਛੇ ਛੱਡੋ ਤੇ ਲੈਟਸ ਮੂਵ ਫਾਰਵਰਡ ਐਂਡ ਡੂ ਇਟ ਪ੍ਰੋਪਰਲੀ। ਬਿਲਕੁਲ, ਇਹੀ ਪੋਜ਼ਿਟਿਵ ਇੱਕ એનર્ਜੀ ਸਭ ਦੇ ਵਿੱਚ ਜ਼ਰੂਰ ਚਾਹੀਦੀ ਹੈ ਕਿ ਅਸੀਂ ਬਹੁਤ ਅਜਨਾਲੇ ਦੀ ਗੱਲ ਕਰ ਲਈ, ਪਰ ਉਹ ਇੰਨਾ ਵੱਡਾ ਵੀ ਇਨਸੀਡੈਂਟ ਨਹੀਂ ਸੀ ਕਿ ਆਪਾਂ ਪੰਜਾਬ ਦੇ ਵਿੱਚ ਕੋਈ ਬਹੁਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਇਵੈਂਟ ਹੋ ਰਿਹਾ ਹੋਵੇ, ਉਸ ਦੇ ਉੱਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਈਏ ਜਾਂ ਹੋਣ ਲੱਗ ਜਾਵੇ। ਪੀਰ ਮੁਹੰਮਦ ਜੀ ਸਾਡੇ ਨਾਲ ਜੁੜੇ ਹੋਏ ਨੇ। ਪੀਰ ਮੁਹੰਮਦ ਜੀ, ਤੁਹਾਡੀ ਪਹਿਲਾਂ ਆਵਾਜ਼ ਨਹੀਂ ਆ ਰਹੀ ਸੀ, ਤੁਸੀਂ ਆਪਣੀ ਗੱਲ ਕੰਪਲੀਟ ਕਰ ਸਕਦੇ ਹੋ। ਦੇਖੋ, ਗੱਲ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਬਿਲਕੁਲ ਕਲੀਅਰ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੜੇ ਆ, ਔਰ ਪੰਜਾਬ ਦੇ ਹਿੱਤ ਲਈ ਕੋਈ ਵੀ ਚੰਗਾ ਕੰਮ ਹੁੰਦਾ ਹੈ ਤਾਂ ਉਸ ਦੇ ਵਿੱਚ ਅਸੀਂ ਸਾਰੀ ਗੱਲ ਦੇ ਨਾਲ ਆ। ਔਰ ਮੈਂ ਇੱਕ ਗੱਲ ਸਭ ਨੂੰ ਕਹਾਂਗਾ ਕਿ ਅਫਵਾਹਾਂ ਫਲਾਫਲਾ ਕੇ ਤੁਸੀਂ ਸਮੇਂ ਦੇ ਨਾਲ ਬਹੁਤ ਕੁਝ ਅਚੀਵ ਵੀ ਕੀਤਾ, ਲੇਕਿਨ ਇਹ ਜਿਹੜੀ ਗੱਲ ਹੈ ਇਸ ਦੇ ਉੱਤੇ ਤੁਸੀਂ ਇੱਕ ਇਹੋ ਜਿਹਾ ਮਾਹੌਲ ਬਣ ਕਿਉਂ ਦਿੱਤਾ? ਕਿਉਂਕਿ ਦੇਖੋ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਇਹ ਦੋ ਧਾਰਾ ਹੈ। ਜੇ ਇੱਕ ਪਾਸੇ ਕੋਈ ਅਫਵਾਹ ਫੈਲਾਉਂਦਾ ਹੈ ਤਾਂ ਦੂਜੇ ਪਾਸੇ ਬੜੀ ਰਿਸਪੌਂਸਿਬਿਲਿਟੀ ਦੇ ਨਾਲ, ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕਰ ਦਿੱਤਾ, ਤਾਂ ਉਸ ਦੇ ਉੱਤੇ ਇਸ ਬਹਿਸ ਨੂੰ ਹੋਰ ਅੱਗੇ ਨਹੀਂ ਵਧਾਉਣ ਦੀ ਲੋੜ ਹੈਗੀ। ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ, ਜਿਸ ਦੇ ਬਾਰੇ ਸੰਘੇੜਾ ਸਾਹਿਬ ਵੀ ਦੱਸ ਰਹੇ ਸੀ ਕਿ ਇਹ ਜਿਹੜਾ ਜੋ ਕੁਝ ਵਾਪਰਦਾ ਹੈ, ਕਿਵੇਂ ਵਾਪਰਦਾ ਹੈ, ਕਿਉਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ, ਇਸ ਦੇ ਉੱਤੇ ਬਹੁਤ ਸੋਚ ਵਿਚਾਰ ਕਰਨ ਦੀ ਲੋੜ ਹੈਗੀ ਹੈ। ਦੂਸਰੀ, ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਦਾ ਟਕਰਾਅ ਹੈ, ਤੁਸੀਂ ਦੇਖੋ ਜਿਹੜਾ ਗਵਰਨਰ ਸਾਹਿਬ ਦੇ ਨਾਲ ਵੀ ਇਹਨਾਂ ਦਾ ਟਕਰਾਅ ਹੋਇਆ, ਉਹ ਵੀ ਬੜਾ ਨਾਟਕੀ ਢੰਗ ਦੇ ਨਾਲ, ਉਹ ਕਦੀ ਡਰਾਪ ਸੀਨ ਹੁੰਦਾ, ਕਦੀ ਫੇਰ ਉੱਭਰਦਾ, ਕਦੀ ਫੇਰ ਉਸ ਦੇ ਵਿੱਚ ਜਿਵੇਂ ਇਹਨਾਂ ਨੇ ਵੀ ਇੱਕ ਅਫਵਾਹ ਜਿਹੜੀ ਹੈ ਉਹ ਪਿਛਲੇ ਸਮੇਂ ਦੇ ਵਿੱਚ ਇੱਕ ਫੈਲਾਈ ਕਿ ਗੈਂਗਸਟਰ ਜਿਹੜਾ ਗੋਲਡੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਕਿੱਥੇ ਹੈ ਗੈਂਗਸਟਰ ਗੋਲਡੀ? ਫੜਿਆ ਗਿਆ ਕਿ ਉਹ ਘੁੰਮ ਰਿਹਾ ਬਾਹਰ? तो उस दे उत्ते भी इन्हां नूं जवाब देना चाहिए। ठीक है, तुहाडा पॉइंट ठीक है, पर मैं वही कहना कि आप डीरेल ना हो जाइए। संघेड़ा साहब एक जवाब दे दो। देखो, अकाली दल कह रहा है कि ऐसी स्थिति बनन ही क्यों दी गई? नहीं, देखो, ਜਿਹੜੀ ਅਫਵਾਹ ਫੈਲਾਈ ਗਈ ਹੈ ਜਾਂ ਮਤਲਬ ਜੋ ਵੀ ਆ, ਉਹਦੇ 'ਚ ਅਸੀਂ ਥੋੜੀ ਇਹੋ ਜਿਹੀ ਸਥਿਤੀ ਬਣਾਈ ਆ। ਅਸੀਂ ਤਾਂ ਸਥਿਤੀ ਕਲੀਅਰ ਕੀਤੀ ਆ ਕਿ ਸਮਿਟ ਹੋਏਗੀ, ਬਿਲਕੁਲ ਹੋਏਗੀ। ਔਰ ਚੰਦ ਸੈਕਿੰਡਸ ਸਿਰਫ ਭਗਵੰਤ ਮਾਨ ਸਾਹਿਬ ਉਸ ਗੱਲ ਤੇ ਬੋਲਿਆ ਤੇ ਉਹ ਗੱਲ ਠੁੱਸ ਹੋ ਗਈ ਆ ਜਿਹੜੀ ਅਫਵਾਹ ਫੈਲਾਉਣ ਦੀ ਸੀ। ਸੋ ਇਹਦੇ 'ਚ ਅਸੀਂ ਹਰ ਇੱਕ ਜਗ੍ਹਾ ਤੇ ਪੰਜਾਬ ਸਰਕਾਰ ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਜਿਹੜੀ। ਠੀਕ ਹੈ ਪੀਰ ਮੁਹੰਮਦ ਜੀ, ਇੱਕ ਹੋਰ ਛੋਟਾ ਜਿਹਾ ਸਵਾਲ ਹੈ ਤੁਹਾਡੇ ਤੋਂ। ਤੁਹਾਨੂੰ ਲੱਗਦਾ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ? देखो, आम आदमी पार्टी कह रही है कि साजिश है, जिस तरीके नाल अफवाह फैलाई गई पंजाब नूं बदनाम करन दी। अकाली दल नूं भी लगदा इस तरीके नाल? देखो, एक सेंसिटिव शब्द जिहड़ा ना वो आम आदमी पार्टी दे नाल शुरू तो ही जुड़िया होया। ये भी छोटी गल नूं बहुत वड्डी वधा के कई वारी पेश कर दिंदे आ। इस दे विच जदों गल खत्म हो गई, एक जिम्मेवार व्यक्ति ने जे बयान दिता तो उहदी इन्वेस्टिगेशन करवाउण कि जिहड़े उत्थों दे अमृतसर साहब दे जिहड़े MP ने उन्हां ने बयान क्यों दिता, और जिस TV चैनल ने इस नूं फ्लैश कीता ਉਹਨਾਂ ਬਾਰੇ ਵੀ ਗੱਲ ਕਰਨ। ਇੱਕ ਜੇ ਸ਼ਬਦ ਤੇ ਜੇ ਤਾਂ ਜੇ ਕਹਿ ਕੇ ਗਿਆ ਉਹ ਇੱਕ ਅਲੱਗ ਪਹਿਲੂ ਹੈ। ਜੇ ਉਹਨਾਂ ਨੇ ਬਿਲਕੁਲ ਕਲੀਅਰ ਕਹਿਤਾ ਕਿ ਮੈਂ ਕਹਿ ਰਿਹਾ ਕਿ ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਆ ਤੇ ਜੀ ਸੰਮੇਲਨ ਜਿਹੜਾ ਹੈ ਇੱਥੇ ਨਹੀਂ ਹੋ ਰਿਹਾ, ਫਿਰ ਅਲੱਗ ਗੱਲ ਹੈਗੀ ਜੀ। ਮੈਂ ਸੁਖਦੇਵ ਜੀ ਦਾ ਰੁਖ ਕਰਦਾ ਕਾਂਗਰਸ ਦਾ।
ਸੁਖਦੇਵ ਜੀ ਦੇਖੋ ਜੋ ਘਟਨਾਕ੍ਰਮ ਹੋਇਆ ਅਜਨਾਲਾ ਹੋਵੇ ਜਾਂ ਫਿਰ G20 ਨੂੰ ਲੈ ਕੇ ਪਿਆ ਰੌਲਾ ਹੋਵੇ, ਹੁਣ ਅੱਗੇ ਫਰਦਰ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਅਸੀਂ ਤਾਂ ਤਿਆਰ ਹਾਂ ਪੂਰੇ, ਅਸੀਂ ਇਨ ਦਾ ਸੈਂਸ ਕਿ ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ, ਬੀਜੇਪੀ, ਕੋਈ ਹੋਰ ਪਾਰਟੀ ਜਾਂ ਮੈਂ ਖੁਦ ਹੋਵਾਂ, ਸਾਰੇ ਤਿਆਰ ਨੇ। ਗੌਰਵ ਜੀ ਦੇਖੋ ਗੱਲ ਇੱਕ ਹੈ, ਜਿੱਥੋਂ ਪੰਜਾਬ ਦੀ ਗੱਲ ਹੋਵੇ, ਪੰਜਾਬ ਦੀ ਸ਼ਾਨ ਦੀ ਗੱਲ ਹੋਵੇ, ਕਾਂਗਰਸ, ਪੰਜਾਬ ਦੀ ਕਾਂਗਰਸ ਨਾ ਇੰਡੀਆ ਦੀ ਕਾਂਗਰਸ ਕਦੇ ਪਿੱਛੇ ਹਟਿਆ ਨਾ ਹਟੇ। ਮੇਰੀ ਇੱਕ ਗੱਲ, ਜੇ ਤੁਸੀਂ ਔਜਲਾ ਸਾਹਿਬ ਦਾ ਜੀ ਤਾਂ ਤੁਸੀਂ ਉਹ ਜੋ ਪ੍ਰੈਸ ਵਾਲੇ ਨੇ ਆ ਕੇ ਕਿਹਾ ਜੀ, ਇੱਕ ਜਿਹੜੀ ਇਹਦੀ ਪ੍ਰਬੰਧਕੀ ਕਮੇਟੀ ਹੈ ਉਹਨੇ ਆਹ ਰਿਪੋਰਟ ਦੇਤੀ, ਉਹ ਤੇ ਆਹ ਦੱਸੋ। ਔਰ ਜਿੰਨੇ ਤਲਖੀ ਦੇ ਵਿੱਚ ਸਾਡੇ MP ਸਾਹਿਬ ਬੋਲੇ ਆ ਕਿ ਜੇ ਇਹ ਹੋਇਆ ਤਾਂ ਮੰਦਭਾਗਾ ਹੈ, ਇਹ ਅੰਮ੍ਰਿਤਸਰ ਦੇ ਲੋਕਾਂ ਦਾ ਕੀ ਕਸੂਰ ਹੈ? ਜੇ ਕਸੂਰ ਹੋਊ ਤਾਂ ਦੋਨੋਂ ਸਰਕਾਰਾਂ ਦਾ ਹੋਊਗਾ, ਉਹਨਾਂ ਨੇ ਗੱਲ ਜ਼ਰੂਰ ਕਹੀ ਹੈ, ਸੈਂਟਰ ਦਾ ਹੋਊਗਾ, ਸਟੇਟ ਦਾ ਹੋਊਗਾ, ਦੋਨਾਂ ਦਾ ਹੋਊਗਾ। ਸਾਡਾ ਕੀ ਕਸੂਰ ਹੈ? ਸਾਨੂੰ ਕਿਉਂ ਬਦਨਾਮ ਕਰ ਰਹੇ ਹੋ? ਉਹਨਾਂ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਸਾਨੂੰ ਆਰਥਿਕ ਤੌਰ ਦੇ ਉੱਤੇ ਅੰਮ੍ਰਿਤਸਰ ਨੂੰ ਵੀ ਤੇ ਪੰਜਾਬ ਨੂੰ ਵੀ ਨੁਕਸਾਨ ਹੋਣਾ ਹੈ। ਇਹ ਸਾਰੀ ਗੱਲ ਸੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਇਹ ਕੋਈ ਉਹਨਾਂ ਨੇ ਆਪਦਾ ਦੁੱਖ ਪ੍ਰਗਟ ਕੀਤਾ ਐਜ ਪੰਜਾਬੀ, ਐਜ MP ਆਫ ਉਹ। ਪਰ ਅਗਲੀ ਗੱਲ, ਮੈਂ ਇੱਕ ਗੱਲ ਨਾਲ ਬਿਲਕੁਲ ਜ਼ਰੂਰ ਸਹਿਮਤ ਹਾਂ ਆਪਣਾ ਸਾਡੇ ਪੀਰ ਮੁਹੰਮਦ ਸਾਹਿਬ ਨਾਲ ਵੀ ਕਿੱਥੋਂ ਇਹ ਗੱਲ ਉੱਠੀ, ਕਿੱਥੇ ਕਿਹਨੇ ਉਹ ਕੀਤੀ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਅਸਲ ਮੁੱਦਾ ਇਹ ਹੈ ਵੀ ਅਫਵਾਹ ਕੌਣ ਫੈਲਾਉਂਦਾ ਹੈ, ਅਫਵਾਹ ਕਿੱਥੋਂ ਉੱਠੀ, ਅਫਵਾਹ ਦਾ ਸੋਰਸ ਕੀ ਸੀਗਾ। ਔਰ ਅਗਲੀ ਗੱਲ, ਜੇ ਅਸੀਂ ਅੱਜ ਇੱਕ ਗੱਲ ਪੀਰ ਮੁਹੰਮਦ ਸਾਹਿਬ ਨੇ ਉਠਾਈ ਹੈ, ਬੜੀ ਵਾਜਬ ਉਠਾਈ ਹੈ ਵੀ ਜੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਤਾਂ CM ਸਾਹਿਬ ਨੇ ਆ ਕੇ ਬਿਆਨ ਦਿੱਤਾ ਸੀ, ਕੀ ਫਿਰ ਉਹ ਅਫਵਾਹ CM ਸਾਹਿਬ ਨੇ ਫੈਲਾਈ ਸੀ? CM ਸਾਹਿਬ ਨੂੰ ਕਿਸੇ ਸੋਰਸਸ ਤੋਂ ਹੀ ਖਬਰ ਆਈ ਸੀ, ਕਿਸੇ ਚਾਹੇ ਸੋਸ਼ਲ ਮੀਡੀਆ ਤੋਂ ਜਾਂ ਕਿਸੇ ਸੋਰਸਸ ਤੋਂ ਖਬਰ ਆਈ, ਜਵਾਬ ਲੈ ਲਈਏ। ਔਰ ਇਸ ਕਰਕੇ ਹੁਣ ਤੁਸੀਂ ਸਾਰੀ ਗੱਲ ਔਜਲਾ ਸਾਹਿਬ ਤੇ ਸਿੱਟ ਦੇਣੀ ਵੀ ਜੋ ਤਾਂ ਸਾਜ਼ਿਸ਼ ਕਰਤਾ, ਉਹ ਤਾਂ ਜੀ ਉਹ ਕਰਤਾ। ਉਹ ਆਪਦਾ MP ਉਹਨਾਂ ਨੇ ਫਰਜ਼ ਨਿਭਾਇਆ। ਉਹਨਾਂ ਨੇ ਇਹ ਗੱਲ ਜੇ ਕਹਿ ਕੇ ਸ਼ੁਰੂ ਕੀਤੀ ਹੈ, ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਪ੍ਰੈਸ ਵਾਲੇ ਨੇ ਪੁੱਛਿਆ ਸੀ ਜੀ, ਪ੍ਰਬੰਧਕੀ ਕਮੇਟੀ ਨੇ ਕਹਿਤਾ, ਉਹ ਕਹਿੰਦੇ ਸੰਗੇੜਾ ਸਾਹਿਬ ਤੋਂ ਜਵਾਬ ਲੈ ਲਈ। ਠੀਕ ਹੈ ਜੀ, ਮੈਂ ਤਾਂ ਉਹਨਾਂ ਦਾ ਨਾਮ ਵੀ ਨਹੀਂ ਲਿਆ। ਮੇਰੀ ਗੱਲ ਸੁਣ ਲਓ, ਇੱਕ ਲੀਡਰ ਦੇ ਫਰਜ਼ ਹੁੰਦੇ ਆ, ਇਹ ਕੋਈ ਛੋਟੀ ਗੱਲ ਨਹੀਂ ਹੈ। ਜਦੋਂ ਤੁਸੀਂ ਇੱਕ ਅਫਵਾਹ ਨੂੰ ਆਧਾਰ ਮੰਨ ਕੇ ਉਸ ਤੋਂ ਅੱਗੇ ਦੀ ਗੱਲ ਕਰਨ ਲੱਗ ਜਾਓ ਤਾਂ ਉਹ ਚੀਜ਼ ਹੋਰ ਵੀ ਤੇਜ਼ੀ ਨਾਲ ਫੈਲਦੀ ਹੈ। ਮੈਂ ਨਹੀਂ ਕਿਹਾ ਉਹਨਾਂ ਨੇ ਕਿ ਹੋਰ ਲਫ਼ਜ਼ ਕਰਤੇ, ਚੰਗੇ ਲਫ਼ਜ਼ ਬੋਲੇ ਅੰਮ੍ਰਿਤਸਰ ਬਾਰੇ, ਠੀਕ ਹੈ, ਪਰ ਇੱਕ ਲੀਡਰ ਦੀ ਡਿਊਟੀ ਹੁੰਦੀ ਆ। ਮੈਂ ਹੁਣ ਉਦਾਹਰਣ ਦੇਣੀ ਨਹੀਂ ਸੀ ਚਾਹੁੰਦਾ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚੰਡੀਗੜ੍ਹ 'ਚ ਆ ਕੇ ਬਿਆਨ ਦਿੱਤਾ ਸੀ, ਉਹਦੇ ਨਾਲ ਧਰਮੀ ਫੌਜੀ ਤੇ ਹੋਰ ਪਤਾ ਨਹੀਂ ਕਿੰਨੇ ਪਰਿਵਾਰਾਂ ਨੂੰ ਬਾਅਦ ਸੰਤਾਪ ਝੱਲਣਾ ਪਿਆ। ਸਰਕਾਰ ਵੀ ਬਣ ਗਈ ਤਾਂ ਕਿਸੇ ਦੀ ਬਾਹ ਨਹੀਂ ਸੀ ਫੜੀ। ਸੋ ਇੱਕ ਲੀਡਰ ਦੇ ਮੂੰਹ ਚੋਂ ਕੀ ਲਫ਼ਜ਼ ਨਿਕਲਦਾ ਆ, ਉਹਦੇ ਵਰਲਡ ਵਾਈਡ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਬਹੁਤ ਗਲਤ ਰਿਜ਼ਲਟ ਨਿਕਲ ਸਕਦੇ ਆ। ਸੋ ਮੈਂ ਤਾਂ ਕਹਿ ਰਿਹਾ, ਹੋਰ ਕੋਈ ਮੇਰੀ ਨਿੱਜੀ ਨਹੀਂ ਹੈ ਔਜਲਾ ਸਾਹਿਬ ਨਾਲ। ਹਾਂਜੀ, ਉਸ ਤੋਂ ਆਪਾਂ ਅੱਗੇ ਦੀ ਗੱਲ ਕਰਦੇ ਹਾਂ ਤਾਂ ਅਫਵਾਹ ਜ਼ਿਆਦਾ ਫੈਲਦੀ ਹੈ। ਮੇਰਾ ਇਹ ਕਹਿਣਾ ਹੈ। ਬਾਕੀ ਰਹੀ ਗੋਲਡੀ ਬਰਾੜ ਵਾਲੀ ਗੱਲ, ਪਤਾ ਕੀ ਕਹਿਣਾ ਗੋਲਡੀ ਬਰਾੜ ਰਾਹੀਂ ਕਹਿੰਦੇ ਜੇ ਤੁਸੀਂ ਕਹਿ ਰਹੇ ਹੋ ਕਿ ਟਵੀਟ ਜਲਦਬਾਜ਼ੀ 'ਚ ਕਰਤਾ, ਕਹਿੰਦੇ ਤੁਸੀਂ ਪ੍ਰੈਸ ਕਾਨਫਰੰਸ ਜਲਦਬਾਜ਼ੀ 'ਚ ਕਰਤੀ ਕਾਂਗਰਸੀਆਂ ਨੂੰ ਘੇਰਨ ਦੇ ਲਈ, ਕਿ ਤੁਸੀਂ ਬੜੀ ਤੱਤਪੜਤ ਵਿੱਚ ਆ ਕੇ ਉਹਨੂੰ ਠੱਲ ਤਾਂ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਉਹਨੂੰ ਠੱਲ ਤਾਂ ਪਾਉਣੀ ਸੀ ਨਾ ਚੀਜ਼ ਨੂੰ। ਬੜੀ ਸੰਖੇਪ ਜੀ ਪ੍ਰੈਸ ਕਾਨਫਰੰਸ ਸੀਗੀ ਔਰ ਬਿਲਕੁਲ ਮਤਲਬ ਕੋਈ ਏਡੀ ਗੱਲ ਨਹੀਂ। ਉਹ ਚੀਜ਼ ਨੂੰ ਰੋਕਣ ਲਈ ਜ਼ਰੂਰੀ ਸੀ ਉਹ, ਨਹੀਂ ਤਾਂ ਅਫਵਾਹ ਜ਼ਿਆਦਾ ਫੈਲਣੀ। ਠੀਕ ਹੈ ਪੀਰ ਮੁਹੰਮਦ ਜੀ, ਅਕਾਲੀ ਦਲ ਦਾ ਜ਼ਿਕਰ ਹੋਇਆ ਸੀ, ਤੁਹਾਡਾ ਜਵਾਬ ਜ਼ਰੂਰੀ ਹੈ। ਦੇਖੋ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਫਿਰ ਸੰਘੇੜਾ ਸਾਹਿਬ, ਫਿਰ ਤੁਸੀਂ ਕਹੋਗੇ ਡੀਰੇਲ ਹੁੰਦੀ ਹੈ, ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਉਹ ਵੀ ਇੱਕ ਬਿਆਨ ਹੈ ਨਾ। ਉਹ ਕੀ ਗੁੰਮਰਾਹ ਨਹੀਂ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ? ਕੇਜਰੀਵਾਲ ਸਾਹਿਬ ਨੇ ਕਿਹਾ ਕਿ ਸਾਡੇ ਕੋਲ 30,000 ਕਰੋੜ ਰੁਪਇਆ ਜਿਹੜਾ ਅਸੀਂ ਇਕੱਠਾ ਕਰ ਲਾਂਗੇ, ਉਹ ਆਪਣੇ ਸੈਂਡ ਤੋਂ ਦੂਸਰੇ ਜੋ ਪਿਛਲੇ ਤੁਸੀਂ ਵੇਖਿਆ ਹੀ ਹੋਵੇਗਾ ਜਿਸ ਤਰੀਕੇ ਤੇ ਬਿਆਨਬਾਜ਼ੀ ਹੁੰਦੀ ਰਹੀ ਚੋਣਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਦੱਸੋ 30,000 ਕਰੋੜ ਰੁਪਇਆ ਕਿੱਥੇ ਆ ਗਿਆ ਪੰਜਾਬ ਦੇ ਵਿੱਚ? ਕਿਸੇ ਕੋਲ ਆਇਆ? ਜਵਾਬ ਲੈ ਲਓ। ਠੀਕ ਹੈ, ਜਵਾਬ ਲੈ ਲਓ। ਦੇਖੋ ਮੈਂ ਫੇਰ ਕਹਿ ਰਿਹਾ ਡੀਰੇਲ ਨਾ ਹੋ ਜਾਏ, ਜਵਾਬ ਲੈ ਲਓ, ਸਮਾਂ ਹੋਏਗਾ। ਇੱਕ ਇੱਕ ਕਰਕੇ ਗਾਰੰਟੀ ਪੂਰੀ ਹੋ ਰਹੀ ਹੈ। ਤੁਸੀਂ ਉਦੋਂ ਵੀ ਰੌਲਾ ਪਾਉਂਦੇ ਸੀ, ਮੁੱਖ ਮੰਤਰੀ ਨੇ ਐਲਾਨ ਕਰਤਾ 1 ਜੁਲਾਈ ਤੋਂ ਬਿਜਲੀ ਫ੍ਰੀ ਹੋਣੀ ਆ। ਤੁਹਾਡੇ ਹੀ ਬੰਦੇ ਰੌਲਾ ਪਾਉਂਦੇ ਸੀ ਕੋਈ ਨਹੀਂ ਫ੍ਰੀ ਹੋਣੀ। ਹੁਣ ਤੁਹਾਡੇ ਹੀ ਬੰਦੇ ਜ਼ੀਰੋ ਬਿੱਲ ਚੱਕੀ ਫਿਰਦੇ ਆ, ਸਾਡੇ ਬੰਦਿਆਂ ਦੇ ਸਮੇਤ, ਆਮ ਲੋਕਾਂ ਦੇ ਸਮੇਤ। ਸੋ ਅਫਵਾਹ ਨਾ ਬਣਾਓ ਇੱਥੇ ਫਿਰ ਦੁਬਾਰਾ। ਕੱਲੀ ਠੀਕ ਹੈ, ਮੈਂ ਫਿਰ ਪੁਆਇੰਟ ਤੇ ਵਾਪਸ ਆ ਜਾਵਾਂ। ਮੈਂ ਫਿਰ G20 ਤੇ ਆ ਜਾਵਾਂ। ਬਿਨਾ ਮਾਰਕਾ ਮਾਰਨ ਤੋਂ 26,000 ਲੋਕਾਂ ਨੂੰ ਨੌਕਰੀ ਦੇਤੀ ਆ ਮੁੱਖ ਮੰਤਰੀ ਸਾਹਿਬ ਨੇ। ਇਦਾਂ ਨਾ ਕਹੋ। ਮੈਂ ਵਾਪਸ G20 ਤੇ ਆ ਜਾਵਾਂ, ਉੱਥੇ ਉਸ ਦਾ ਜ਼ਿਕਰ ਹੋਣਾ। ਜ਼ੀਰੋ ਬਿੱਲ ਨੂੰ ਕੀ ਕਰਨਗੇ ਲੋਕ? ਠੀਕ ਹੈ,
ਸਵੇਰ ਵੇਲੇ ਅੰਮ੍ਰਿਤ ਵੇਲੇ ਬਿਜਲੀ ਬੰਦ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਕਈ। ਠੀਕ ਹੈ ਸਰ, ਆਪਾਂ ਪੁਆਇੰਟ ਦੇ ਉੱਤੇ ਵਾਪਸ ਆ ਜਾਈਏ। ਦੇਖੋ ਬਿਜਲੀ ਗਰੰਟੀਆਂ ਨੂੰ ਲੈ ਕੇ, ਬਿਜਲੀ ਨੂੰ ਲੈ ਕੇ ਬੜੀ ਚਰਚਾ ਹੋ ਰਹੀ ਹੈ, ਫਿਰ ਹੋਰ ਪਾਸੇ ਨਿਕਲ ਜਾਂਦਾ ਪੂਰਾ ਕੰਮ। 2-3 ਸਾਲ ਬਿਜਲੀ ਦੀ ਸਥਿਤੀ ਠੀਕ ਰਹੀ ਆ, ਪਹਿਲਾਂ ਵੀ ਥੋੜੀ ਬਹੁਤ ਬਿਜਲੀ ਦੀ ਜਿਹੜੀ ਕੱਟ ਪਹਿਲਾਂ ਵੀ ਲੱਗਦੇ ਰਹੇ ਆ ਪੀਰ ਮੁਹੰਮਦ ਜੀ, ਇਦਾਂ ਨਹੀਂ ਹੈ। 2-3 ਸਾਲ ਗਰਮੀ ਇਸ ਵਾਰ ਬੜੀ ਜ਼ਬਰਦਸਤ ਹੈ, ਇਸ ਵਾਰ ਜ਼ਬਰਦਸਤ ਗਰਮੀ ਪੈਣ ਦੀ ਉਮੀਦ ਹੈ, ਔਰ ਲੱਗਦਾ ਹੈ ਕਿ ਬਿਜਲੀ ਤੇ ਸ਼ਾਇਦ ਆਪਾਂ ਅੱਗੇ ਵੀ ਚਰਚਾ ਜ਼ਰੂਰ ਕਰਦੇ ਰਹੀਏ। ਘਟ ਗਈ ਆ, ਸਾਰਿਆਂ ਨੂੰ ਪਤਾ ਆ। ਠੀਕ ਹੈ, ਇਸ ਸੀਜ਼ਨ ਆ ਰਿਹਾ ਸਰ, ਜਦੋਂ ਟਾਈਮ ਆਏਗਾ ਡਿਬੇਟ ਆਏਗੀ, ਆਪਾਂ ਜ਼ਰੂਰ ਗੱਲ ਕਰਾਂਗੇ। ਮੈਂ ਜੈਬੰਸ਼ ਜੀ ਦਾ ਇੱਕ ਵਾਰ ਰੁਕ ਕਰ ਲਵਾਂ। ਜੈਬੰਸ਼ ਜੀ, ਦੇਖੋ ਜਿਹੜੇ ਵਿਰੋਧੀ ਕਹਿ ਰਹੇ ਨੇ, ਖਾਸ ਤੌਰ ਤੇ ਕਾਂਗਰਸ ਤੇ ਅਕਾਲੀ ਦਲ, ਕਹਿੰਦੇ ਟਸਲ ਹੈ ਜਿਹੜੀ ਸੈਂਟਰ ਔਰ ਸਟੇਟ ਦੇ ਵਿਚਾਲੇ ਹੈ, G20 ਵਾਲੀ ਅਫਵਾਹਾਂ ਨੂੰ ਵੀ ਉਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਆਪਸੀ ਟਸਲ ਹੈ, ਉਸ ਦਾ ਨਤੀਜਾ ਹੈ ਜੋ ਪੰਜਾਬ ਨੂੰ ਇਹ ਝੱਲਣਾ ਪੈਂਦਾ ਹੈ। ਮੈਂ ਮੰਨਣਾ ਜੀ, ਮੈਂ ਵੀ ਤੁਹਾਡੇ ਨਾਲ ਇਹੋ ਹੀ ਗੱਲ ਕਰਨੀ ਸੀ ਕਿ ਪੀਰ ਮੁਹੰਮਦ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਹੈ। ਇਹ ਜਿਹੜੀ ਟਸਲ ਹੈਗੀ ਹੈ, ਇਹ ਇਸ ਵਾਸਤੇ ਹੈ ਕਿ ਆਮ ਆਦਮੀ ਪਾਰਟੀ ਹਜੇ ਤੱਕ ਉੱਭਰਦੀ ਪਾਰਟੀ ਹੈ, ਥੋੜੀ ਇਮੈਚੁਰ ਹੈਗੀ ਹੈ। ਉਹਨੂੰ ਕਿ ਕਿਹੜੇ ਵੇਲੇ ਪੋਲਿਟਿਕਸ ਖੇਲਣੇ ਨੇ, ਕੀ ਮੀਡੀਆ ਦੇ ਵਿੱਚ ਕਹਿਣਾ ਹੈ, ਤੇ ਐਕਚੁਅਲ ਬੈਕਗ੍ਰਾਉਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੈਂਟਰ ਦੇ ਨਾਲ ਬਣਾ ਕੇ ਰੱਖਣੀ ਹੈ। ਉਹ ਜਿਹੜੀ ਸਫਿਸਟੀਕੇਸ਼ਨ ਹੈ, ਪੋਲੀਟੀਕਲ ਸਫਿਸਟੀਕੇਸ਼ਨ ਹੈ, ਉਹ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹਨੂੰ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਉਹ ਪੋਲੀਟੀਕਲ ਸਫਿਸਟੀਕੇਸ਼ਨ ਪੁਰਾਣੀਆਂ ਪੰਜਾਬ ਦੀਆਂ ਪਾਰਟੀਆਂ ਦੇ ਵਿੱਚ ਹਮੇਸ਼ਾ ਰਹੀਆਂ ਨੇ। ਤੁਸੀਂ ਦੇਖੋ, ਪੰਜਾਬ ਦੇ ਵਿੱਚ ਇੱਕ ਵਿਰੋਧ ਗਵਰਨਮੈਂਟ ਹੀ ਹੁੰਦੀ ਹੈ, ਜੋ ਸੈਂਟਰ 'ਚ ਹੁੰਦੀ ਹੈ ਉਹ ਅਲੱਗ ਹੁੰਦੀ ਹੈ, ਪੰਜਾਬ ਦੇ ਵਿੱਚ ਅਲੱਗ ਹੁੰਦੀ ਹੈ। ਪਰ ਇਸ ਤਰੀਕੇ ਦੀ ਜਿਹੜੀ ਵੈਰੀ ਓਪਨ ਸੌਰਟ ਆਫ ਐਕਰੀਮੋਨੀ, ਇੱਕ ਗਵਰਨਰ ਦੇ ਨਾਲ ਤੁਹਾਡੀ ਲੜਾਈ ਝਗੜਾ ਤੇ ਸਾਰਾ ਕੁਝ ਮੀਡੀਆ ਦੇ ਵਿੱਚ ਲੈ ਕੇ ਆਣਾ, ਇਹ ਸੂਬੇ ਦੇ ਵਾਸਤੇ ਚੰਗਾ ਨਹੀਂ ਹੁੰਦਾ। ਕੋਈ ਜਗ੍ਹਾ ਹੁੰਦੀ ਹੈ ਜਿੱਥੇ ਇਹ ਚੀਜ਼ਾਂ ਨੂੰ ਕਿਹਾ ਜਾਂਦਾ ਹੈ, ਕੋਈ ਟਾਈਮ ਹੁੰਦਾ ਹੈ, ਤੇ ਉਸ ਟਾਈਮ ਦੇ ਇਲਾਵਾ ਕੁਝ ਥੋੜੀਆਂ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਮੈਨੂੰ ਪੱਕਾ ਯਕੀਨ ਹੈ ਕਿ ਐਸ ਟਾਈਮ ਗੋਜ਼ ਬਾਏ ਇਹ ਜਿਹੜੀ ਇਨਸਿਕਿਉਰਿਟੀ ਹੈਗੀ ਹੈ ਆਮ ਆਦਮੀ ਪਾਰਟੀ ਨੂੰ, ਤੇ ਜਿਹੜੀ ਉਹਨਾਂ ਦੀ ਬੜੀ ਜਲਦੀ ਹੈ ਕਿ ਉਹ ਬੀਜੇਪੀ ਨੂੰ ਹਰਾ ਕੇ ਤੇ ਸੈਂਟਰ ਦੇ ਵਿੱਚ ਆ ਜਾਣ, ਮੈਂ ਇਹਨਾਂ ਨੂੰ ਦੱਸਦਾ ਏਡੀ ਛੇਤੀ ਹੋਣਾ ਨਹੀਂ। ਮਿਹਨਤ ਕਰਦੇ ਰਹੋ, ਕਿਤੇ ਨਾ ਕਿਤੇ ਤੁਸੀਂ ਸ਼ਾਇਦ ਕੋਈ ਜਗ੍ਹਾ ਬਣਾ ਲਓ, ਪਰ ਹਜੇ ਤੱਕ ਟਾਈਮ ਬਹੁਤ ਜ਼ਿਆਦਾ ਲੱਗਣਾ ਹੈ। ਇਨ ਦ ਮੀਨ ਟਾਈਮ ਤੁਸੀਂ ਟਸਲ ਹੀ ਮੰਨ ਰਹੇ ਹੋ ਜੇ G20 ਨੂੰ ਲੈ ਕੇ ਕੋਈ ਰਿਊਮਰਸ ਫੈਲੇ ਨੇ ਤਾਂ ਉਹ ਟਸਲ ਦਾ ਨਤੀਜਾ ਹੋ ਸਕਦਾ ਹੈ? ਜੀ ਦੇਖੋ, ਜਦੋਂ ਵੀ ਵੀਕਨੈਸ ਹੁੰਦੀ ਹੈ ਨਾ ਕਿਤੇ ਗੌਰਵ ਜੀ, ਜਿਹੜੀ ਵੀ ਜਗ੍ਹਾ ਵੀਕ ਹੁੰਦੀ ਹੈ, ਜਿਹੜਾ ਵੀ ਦੇਸ਼ ਦੇ ਵਿੱਚ ਕੜੀ ਵੀਕ ਹੁੰਦੀ ਹੈ, ਉਹਨੂੰ ਐਨਮੀਜ਼ ਜਿਹੜੇ ਨੇ ਐਕਸਪਲੋਇਟ ਕਰਦੇ ਨੇ। ਮੈਂ ਤੁਹਾਨੂੰ ਪਹਿਲੇ ਵੀ ਹਿੰਟ ਦਿੱਤਾ ਹੈ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹਦੇ ਵਾਸਤੇ ਇਹਦੀ ਇਨਕੁਆਇਰੀ ਬਹੁਤ ਜ਼ਰੂਰੀ ਹੈ। ਤੇ ਮੈਂ ਤੇ ਇਹ ਕਹਾਂਗਾ ਕਿ ਸਾਨੂੰ ਪੋਲੀਟੀਕਲੀ ਸਫਿਸਟੀਕੇਟਡ ਤਰੀਕੇ ਦੇ ਨਾਲ ਆਪਣੀ ਜਿਹੜੀ ਐਜ਼ ਓਪੋਜੀਸ਼ਨ ਪਾਰਟੀਜ਼ ਬਿਹੇਵ ਕਰਨਾ ਚਾਹੀਦਾ ਹੈ। ਉਹਦੇ ਵਿੱਚ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਮੈਂ ਬਹੁਤ ਖੁਸ਼ ਹਾਂ ਕਿ ਭਗਵੰਤ ਮਾਨ ਜੀ ਮਿਲ ਕੇ ਆਏ ਨੇ ਉਹਨਾਂ ਨੂੰ, HM ਨੂੰ, ਹੋਮ ਮਿਨਿਸਟਰ ਨੂੰ। ਅਸੀਂ ਇਸੇ ਤਰੀਕੇ ਨਾਲ ਅਗਰ ਚੱਲ ਕੇ ਰਲ ਮਿਲ ਕੇ ਚਲਾਂਗੇ ਤੇ ਘੱਟ ਤੋਂ ਘੱਟ ਪੰਜਾਬ ਦਾ ਨਹੀਂ ਨੁਕਸਾਨ ਹੋਏਗਾ। ਜੇ ਪੋਲਿਟਿਕਸ ਅਸੀਂ ਬਾਅਦ ਚ ਖੇਡ ਲਾਂਗੇ। ਠੀਕ ਹੈ, ਤੁਸੀਂ ਬਹੁਤ ਵੈਲਿਡ ਪੁਆਇੰਟ ਹੈ। ਮੈਂ ਤੁਹਾਡਾ ਇੱਕ ਗੱਲ ਕਹਿਣੀ ਚਾਹੁੰਦਾ ਆ, ਭਗਵੰਤ ਮਾਨ ਸਾਹਿਬ ਨੇ ਕਦੇ ਵੀ ਗਵਰਨਰ ਸਾਹਿਬ ਬਾਰੇ ਕੋਈ ਮਾੜਾ ਚੰਗਾ ਨਹੀਂ ਕਿਹਾ ਹੈਗਾ, ਕਦੀ ਵੀ ਨਹੀਂ। ਪੂਰਾ ਡੈਕਰਮ ਰੱਖਿਆ ਆ, ਸਤਿਕਾਰ ਕੀਤਾ ਉਹਨਾਂ ਦਾ। ਗਵਰਨਰ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਪਹਿਲਾਂ ਅਜਲਾਸ ਦੀ, ਪਹਿਲਾਂ ਇਹ ਐਸੀਆਂ ਗੱਲਾਂ ਸੰਗੇਰਾ ਸਾਹਿਬ ਇੱਥੇ ਆ ਕੇ ਝੂਠ ਨਾ ਬੋਲਿਆ ਕਰੋ। ਨਹੀਂ, ਪਹਿਲਾਂ ਪ੍ਰਵਾਨਗੀ ਨਹੀਂ ਦਿੱਤੀ ਇੱਕ ਵਾਰੀ ਪਹਿਲਾਂ ਵੀ, ਹੁਣ ਫੇਰ ਵੀ ਪ੍ਰਵਾਨਗੀ ਦਿੱਤੀ। ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਘੱਟ ਤੋਂ ਘੱਟ ਥੋੜਾ ਬਹੁਤਾ ਉਹਨਾਂ ਦੀ ਇੱਜ਼ਤ ਮਾਨ ਰੱਖਣਾ ਚਾਹੀਦਾ ਸੀ। ਸੰਗੇਰਾ ਸਾਹਿਬ ਇਹਦਾ ਝੂਠ ਨਾ ਬੋਲੋ ਇੱਥੇ ਆ ਕੇ। ਪਾਰਲੀਮੈਂਟ ਸੀਗੇ ਜਿਹੜਾ ਸਾਰੇ ਇੰਡੀਆ ਦੇ ਪੂਰੀ ਦੁਨੀਆ ਨੇ ਸੁਪਰੀਮ ਕੋਰਟ ਨੇ ਨਹੀਂ। ਦੇਖੋ ਸੰਘੇੜਾ ਸਾਹਿਬ, ਜਿਹੜਾ ਬੀਜੇਪੀ ਦਾ ਤਰਕ ਹੈ ਕਿ ਰਾਜਪਾਲ ਸਾਹਿਬ ਨੂੰ ਲੈ ਕੇ ਜਿਹੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ, ਇਨਫੈਕਟ ਰਾਜਪਾਲ ਜੀ ਨੇ ਆਪਣੀ ਚਿੱਠੀ ਦੇ ਵਿੱਚ ਡੈਰੋਗੇਟਰੀ ਵਰਡਸ ਦਾ ਜ਼ਿਕਰ ਕੀਤਾ ਸੀ, ਉਹ ਉਸ ਪੁਆਇੰਟ ਦੇ ਉੱਪਰ ਕਹਿ ਰਹੇ ਨੇ। ਗੌਰਵ ਜੀ, ਮੈਂ ਅੰਡਰਸਟੈਂਡ ਕਰਦਾ ਹਾਂ, ਜਿਹੜੀ ਵੱਡੀ ਧਿਰ ਹੁੰਦੀ ਆ ਉਹਦੀ ਜ਼ਿੰਮੇਵਾਰੀ ਪੀਰ ਮੁਹੰਮਦ ਜੀ ਆਣੇ ਦਾ ਸੈਸ਼ਨ ਹੀ ਰੱਦ ਕਰਤਾ। ਠੀਕ ਹੈ, ਸੈਸ਼ਨ ਦੀ ਪ੍ਰਵਾਨਗੀ ਨਹੀਂ ਦਿੱਤੀ। ਠੀਕ ਹੈ, ਉਹ ਵੀ ਹੋਇਆ, ਉਹ ਸਾਰਾ ਦੇਖਿਆ, ਸਭ ਨੇ ਦੇਖਿਆ। ਠੀਕ ਹੈ, ਸੁਪਰੀਮ ਕੋਰਟ ਤੱਕ ਜਾਣਾ ਪਿਆ। ਚਲੋ, ਮੈਨੂੰ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਇੱਕ ਰਿਐਕਸ਼ਨ ਲਵਾਂਗਾ। ਪੀਰ ਮੁਹੰਮਦ ਜੀ, ਦੇਖੋ ਸੰਘੇੜਾ ਸਾਹਿਬ ਜੀ, ਤੁਸੀਂ ਇੱਕ ਗੱਲ ਹੋਰ ਕਲੀਅਰ ਕਰਿਓ ਕਿ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਆਇਆ ਗਵਰਨਰ ਦੇ ਸਬੰਧ ਦੇ ਵਿੱਚ, ਗਵਰਨਰ ਸਾਹਿਬ ਦੇ ਬਾਰੇ, ਕਿ ਉਹ ਬਜਟ ਇਜਲਾਸ ਬਾਰੇ, ਅੱਧੀ ਗੱਲ ਤੁਸੀਂ ਦੱਸੀ, ਅੱਧੀ ਲੋਕਾਂ ਨੂੰ ਦੱਸੀ ਨਹੀਂ। ਅੱਗੋਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀ ਚੁਣੀ ਹੋਈ ਸਰਕਾਰ ਏ ਉਹ ਵੀ ਜਵਾਬਦੇਹ ਆ। ਜੇ ਕੋਈ ਗਵਰਨਰ ਸਾਹਿਬ ਪੁੱਛਦੇ ਆ ਨਾ ਤੇ ਉਹ ਤੁਹਾਨੂੰ ਜਵਾਬ ਦੇਣਾ ਪਵੇਗਾ ਕਿ ਕੀ ਹਾਲਾਤ ਨੇ, ਕਿਸ ਤਰੀਕੇ ਦੇ ਨਾਲ ਨੇ। ਦੂਸਰੀ ਗੱਲ ਇਹ ਆ, ਉਸ ਗੱਲ ਦੇ ਉੱਤੇ ਤਾਂ ਤੁਸੀਂ ਬੋਲਦੇ ਹੀ ਨਹੀਂ ਕਿ ਗਵਰਨਰ ਸਾਹਿਬ ਸਰਹੰਦੀ ਜ਼ਿਲ੍ਹਿਆਂ ਦੇ ਜਾ ਕੇ ਆਪ ਦੌਰੇ ਕਰਦੇ ਨੇ। ਠੀਕ ਹੈ, ਚਲੋ ਆਪਾਂ ਹੋਰ ਪਾਸੇ ਨਿਕਲ ਕੇ ਮੈਂ ਇਹਨੂੰ ਵਾਈਂਡ ਅਪ ਕਰਨਾ ਇਸ ਡਿਬੇਟ ਨੂੰ। ਅੱਜ ਦੀ ਚਰਚਾ ਨੂੰ ਆਪਾਂ ਕੰਕਲੂਡ ਕਰਾਂਗੇ। ਸੁਖਦੇਵ ਜੀ G20 ਤੇ ਰਹੀਏ ਪਲੀਜ਼, ਆਪਾਂ G20 ਤੇ ਰਹੀਏ। ਫਾਈਨਲ ਕਮੈਂਟ ਹੁਣ ਉਮੀਦ ਕੀਤੀ ਜਾਵੇ ਕਿ ਕਾਂਗਰਸ ਦਾ ਸਾਥ ਖੁੱਲ ਕੇ ਮਿਲੇਗਾ, ਟਵੀਟ ਸਾਰੇ ਭੁੱਲ ਜਾਣ ਪਿਛਲੇ ਵਾਲੇ, ਤੇ ਹੁਣ G20 ਤੇ ਫੋਕਸ ਹੋਵੇ।
ਉਮੀਦ ਦੀ ਗੱਲ ਨਹੀਂ, ਇਹ ਸਾਡਾ ਵਿਸ਼ਵਾਸ ਹੈ। ਉਹ ਕੋਈ ਸਾਡਾ ਟਵੀਟ ਡੈਰੋਗੇਟਰੀ ਨਹੀਂ, ਕੋਈ ਸਾਡਾ ਟਵੀਟ G20 ਦੇ ਖਿਲਾਫ ਨਹੀਂ, G20 ਦੇ ਹੱਕ 'ਚ ਹੈ ਵੀ ਹੋਣਾ ਚਾਹੀਦਾ ਹੈ, ਔਰ ਅਸੀਂ ਹੁਣ ਵੀ ਹੱਕ 'ਚ ਆ ਵੀ ਉਹ ਹੋਣਾ ਚਾਹੀਦਾ, ਔਰ ਉਹਦੇ ਵਿੱਚ ਪੰਜਾਬ ਦੀ ਸਾਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਜੋ ਉਹਦੀ ਡਿਊਟੀ ਲੱਗੂਗੀ ਉਹ ਕਰੂਗੀ। ਔਰ ਐਜ MP ਸਾਡੇ ਔਜਲਾ ਸਾਹਿਬ ਪਹਿਲਾਂ ਹੀ ਪੱਬਾਂ ਭਾਰ ਨੇ, ਉਹ ਤਾਂ ਪਹਿਲਾਂ ਹੀ ਵਰੀਡ ਨੇ, ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਹੈ ਵੀ ਭਾਈ ਇਹ ਜੇ ਹੋ ਰਿਹਾ ਤਾਂ ਮਾੜਾ ਹੋ ਰਿਹਾ। ਮਤਲਬ ਮੈਂ ਇੱਕ ਗੱਲ ਨਾਲ ਬੜਾ ਇੱਕ ਮਿੰਟ, ਮੈਂ ਇੱਕ ਗੱਲ ਨਾਲ ਬੜਾ ਇਸ ਗੱਲ ਦਾ ਤਾਂ ਚੰਗੀ ਗੱਲ ਹੈ ਇਹ ਜੇ G20 ਹੁੰਦਾ ਉਹਦੇ ਨਾਲ ਸਾਡੀ ਅੰਮ੍ਰਿਤਸਰ ਦੀ ਆਰਥਿਕਤਾ ਵੀ, ਸਾਡੇ ਸੂਬੇ ਦੀ ਆਰਥਿਕਤਾ ਵੀ ਵੱਧਦੀ ਹੈ, ਕਿਉਂਕਿ ਜਿਹੜਾ ਅੰਮ੍ਰਿਤਸਰ ਹੈ ਉਹ ਹੋਰ ਵੀ ਜਿਹੜਾ ਹੈਗਾ ਟੂਰਿਜ਼ਮ ਦੇ ਫੋਕਸ 'ਚ ਜਾਊਗਾ, ਕਿਉਂਕਿ ਅੰਮ੍ਰਿਤਸਰ ਇੱਕ ਸਾਡੀ ਇਹੋ ਜਿਹੀ ਜਗ੍ਹਾ ਹੈ ਜਿਹਨੂੰ ਕਿ ਅਸੀਂ ਆਪਦਾ ਮਾਲੀਆ ਵਧਾਉਣ ਵਾਸਤੇ ਵੀ ਉਸ ਜਗ੍ਹਾ ਦਾ ਸਾਨੂੰ ਜਿਹੜਾ ਹੈਗਾ ਫਾਇਦਾ ਹੋ ਸਕਦਾ ਹੈ। ਇਸ ਕਰਕੇ ਅਸੀਂ ਸਾਰੀ ਸਮੁੱਚੀ ਲੀਡਰਸ਼ਿਪ ਪੰਜਾਬ ਦੀ ਕਾਂਗਰਸ ਦੀ ਸਣੇ ਔਜਲਾ ਸਾਹਿਬ ਪੱਬਾਂ ਭਾਰ ਜੈਬੰਜੀ ਫਾਈਨਲ ਆਪਣਾ ਕਾਮਯਾਬ ਹੋਵੇ। ਠੀਕ ਹੈ, ਬਹੁਤ ਛੋਟਾ ਜਿਹਾ ਕਮੈਂਟ ਰੱਖਿਓ ਜੈਬੰਜੀ। ਬਹੁਤ ਛੋਟਾ ਕਮੈਂਟ ਇਹ ਹੈ ਜੀ ਕਿ ਬਹੁਤ ਚੰਗੀ ਗੱਲ ਹੈ ਕਿ G20 ਦਾ ਸਮਿਟ ਉੱਥੇ ਹੋ ਰਿਹਾ ਹੈ ਤੇ ਅਸੀਂ ਸਾਰੇ ਇਕੱਠੇ ਮਿਲ ਕੇ ਉਸ ਸਮਿਟ ਨੂੰ ਇਸ ਗੱਲ ਦੇ ਉੱਤੇ ਉਸ ਸਮਿਟ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਸਕਸੈਸਫੁਲ ਕਰਾਂਗੇ ਤੇ ਇੱਕ ਦਿਨ ਗੌਰਵ ਜੀ ਅਸੀਂ ਇੱਥੇ ਹੀ ਆ ਕੇ ਉਹਦੀ ਗੱਲਬਾਤ ਵੀ ਕਰਾਂਗੇ ਤੇ ਕਵਾਂਗੇ ਕਿ ਕਿੱਦਾਂ ਪੰਜਾਬ ਦੀਆਂ ਬੁਲੰਦੀਆਂ ਉਹਦੇ ਨਾਲ ਠੀਕ ਹੋਈਆਂ। BJP ਨੂੰ ਪੱਕਾ ਯਕੀਨ ਹੈ ਕਿ ਸਭ ਪਾਰਟੀ ਤੇ ਸਪੈਸ਼ਲੀ ਸਟੇਟ ਗਵਰਨਮੈਂਟ ਇਹਦੇ 'ਚ ਬਹੁਤ ਅੱਛਾ ਕੰਮ ਕਰੇਗੀ। ਠੀਕ ਹੈ ਸੰਘੇੜਾ ਸਾਹਿਬ, ਫਾਈਨਲ ਕਮੈਂਟ ਤੁਹਾਡਾ। ਦੇਖੋ ਸਾਰਿਆਂ ਦਾ ਸਾਥ ਬਹੁਤ ਤੁਹਾਨੂੰ ਮਿਲ ਰਿਹਾ ਹੈ, ਗੱਲ ਇਹ ਹੈ ਕਿ ਬਸ ਹੁਣ ਐਗਜ਼ੀਕਿਊਟ ਕਰਨੀਆਂ ਚੀਜ਼ਾਂ, ਅਫਵਾਹਾਂ ਫੂਹਾਂ ਦਾ ਵੀ ਧਿਆਨ ਸਰਕਾਰ ਨੂੰ ਹੀ ਰੱਖਣਾ ਪੈਣਾ ਸਰ। ਬਿਲਕੁਲ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਇਸ ਕਾਰਜ ਨੂੰ ਵੀ ਬਹੁਤ ਬਾਖੂਬੀ ਸਫਲਤਾ ਸਹਿਤ ਨੇਪਰੇ ਚਾੜੇਗੀ ਔਰ ਇਹ ਐਕਸਪੈਕਟ ਕਰਦੇ ਆ ਕਿ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਇਹਨਾਂ ਦਾ ਵੀ ਕੰਸਟਰਕਟਿਵ ਐਟੀਟਿਊਡ ਹੋਣਾ ਚਾਹੀਦਾ, ਸਾਰਿਆਂ ਦਾ ਸਹਿਯੋਗ ਜ਼ਰੂਰੀ ਹੁੰਦਾ ਹੈ। ਸਰਕਾਰ ਜਿਹੜੀ ਹੈ ਇਹ ਜਿਹੜੇ ਅਫਵਾਹਾਂ ਵਾਲੇ ਕਹਿੰਦੇ ਉਹਨਾਂ ਤੇ ਵੀ ਕਾਰਵਾਈ ਦਾ ਭਰੋਸਾ ਦੇ ਦਿਓ ਤੁਸੀਂ ਕਿ ਉਹਨਾਂ ਤੇ ਵੀ ਕਾਰਵਾਈ ਹੋਵੇਗੀ। ਕਈ ਗੱਲਾਂ ਗੌਰਵ ਜੀ ਹੁੰਦੀਆਂ, ਕਈ ਗੱਲਾਂ ਜਿੱਦਾਂ ਮੈਂ ਪਹਿਲਾਂ ਕਿਹਾ, ਕਈ ਗੱਲਾਂ 'ਚ ਅਰਥਮੈਟਿਕ ਨਹੀਂ ਹੁੰਦਾ। ਇਹ ਹੁਣ ਜਿਹੜੇ ਜਿਨ੍ਹਾਂ ਨੇ ਫੈਸਲਾ ਲੈਣਾ ਉਹ ਦੇਖਣਗੇ ਕਿ ਇਸ ਗੱਲ ਨੂੰ ਹੋਰ ਤੂਲ ਦੇਣਾ ਆ, ਕਿੰਨੀ ਕੁ ਸੀਰੀਅਸ ਗੱਲ ਆ ਕਿੰਨੀ ਕੁ ਨਹੀਂ। ਇੰਟਰਨਲ ਇਨਵੈਸਟੀਗੇਸ਼ਨ ਤਾਂ ਤੁਹਾਨੂੰ ਪਤਾ ਹੁੰਦੀ ਰਹਿੰਦੀ ਹੁੰਦੀ ਹੈ, ਜੇ ਕੋਈ ਖਾਸ ਇਹ ਗੱਲ ਹੋਏਗੀ ਤਾਂ ਠੀਕ ਹੈ, ਨਹੀਂ ਤਾਂ ਸਿਆਸਤ ਨਹੀਂ ਹੋਏਗੀ। ਤੇ ਬਾਕੀ ਇਹ ਆ ਸਮਿਟ ਨੂੰ ਸਾਰਿਆਂ ਦੇ ਸਹਿਯੋਗ ਨਾਲ, ਲੋਕਾਂ ਦੇ ਸਹਿਯੋਗ ਨਾਲ, ਪੋਲੀਟੀਕਲ ਪਾਰਟੀਆਂ ਦੇ ਸਹਿਯੋਗ ਨਾਲ ਇਹਨੂੰ ਨੇਪਰੇ ਚਾੜਿਆ ਜਾਏਗਾ, ਜਿਹੜਾ ਕਿ ਪੰਜਾਬ ਲਈ ਬਹੁਤ ਸ਼ੁਭ ਸ਼ਗਨ ਹੈ, ਸ਼ੁਭ ਸੰਮੇਲਨ ਆ ਇਹ ਅੰਮ੍ਰਿਤਸਰ ਲਈ ਵੀ ਤੇ ਬਾਕੀ ਵੀ ਬਿਲਕੁਲ ਕੁਝ ਥਾਵਾਂ ਦੇ ਉੱਤੇ ਜੀ। ਤੇ ਬਾਕੀ ਜੇ ਆਪਾਂ ਪੋਜ਼ਿਟਿਵਲੀ ਲੈਂਦੇ ਆ ਨਾ, ਉਹ ਥੋੜਾ ਜਿਹਾ ਹੈਗਾ ਆ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ, ਮੈਨੂੰ ਲੱਗਦਾ ਕਿ ਤੁਸੀਂ ਲੱਗੇ ਹੱਥ ਜਥੇਬੰਦੀਆਂ ਨੂੰ ਵੀ ਥੋੜੀ ਜਿਹੀ ਅਪੀਲ ਕਰ ਲਓ ਜੇ ਕਰਨੀ ਆ, ਤੁਸੀਂ ਕਰਨਾ ਚਾਹੁੰਦੇ ਹੋ। ਦੇਖੋ ਇਹ ਤਾਂ ਪੰਜਾਬ ਦੇ ਸਾਰੇ ਪ੍ਰੋਟੈਸਟ ਵਾਲਾ ਪਾਸੇ ਨੂੰ ਨਾ ਚਲੇ ਜਾਣ ਕਿ ਉੱਥੇ ਕੋਈ ਪ੍ਰੋਟੈਸਟ ਹੋਣਾ ਸ਼ੁਰੂ ਹੋ ਜਾਵੇ। ਪੰਜਾਬ ਦਾ ਸੰਮੇਲਨ ਆ, ਜਥੇਬੰਦੀਆਂ ਵਿੱਚ ਜਿਹੜੀਆਂ ਡੈਲੀਗੇਸ਼ਨਸ ਆ ਉਹ ਆਉਣਗੇ, ਉੱਥੇ ਡੈਲੀਗੇਟਸ ਆਉਣਗੇ, ਉਹਦਾ ਵੀ ਆਪਾਂ ਧਿਆਨ ਰੱਖੀਏ। ਆਪਣੀਆਂ ਮੰਗਾਂ, ਆਪਣੇ ਧਰਨੇ, ਆਪਣੇ ਗ੍ਰੀਵੈਂਸਸ ਵਿਦਿਨ ਪੰਜਾਬ ਬਿਟਵੀਨ ਪੀਪਲ ਐਂਡ ਸਰਕਾਰ ਜਾਂ ਇੱਕ ਦੂਜੇ ਨਾਲ ਜਿਹੜੇ ਹੈਗੇ ਉੱਥੇ ਤੱਕ ਹੀ ਰਹਿਣੇ ਚਾਹੀਦੇ ਆ। ਉਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਹੈਗਾ ਜਿਹਦੇ ਵਿੱਚ ਕੇਂਦਰ ਸਰਕਾਰ ਵੀ ਇਨਵੋਲਵਡ ਹੈ, ਪੰਜਾਬ ਸਰਕਾਰ ਵੀ ਇਨਵੋਲਵਡ ਹੈ। ਸਾਨੂੰ ਇਹਨੂੰ ਸਾਰਿਆਂ ਨੂੰ ਰਲ ਕੇ ਸਾਰਿਆਂ ਦਾ ਸਾਂਝਾ ਕਾਰਜਾਂ ਨੂੰ ਨੇਪਰੇ ਚਾੜਨਾ ਚਾਹੀਦਾ। ਬਿਲਕੁਲ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਮਿਟ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਔਰ ਦੇਸ਼ ਦੇ ਵਿੱਚ ਹੋਣ ਜਾ ਰਿਹਾ ਹੈ। ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ, ਤਾਂ ਲਾਜ਼ਮੀ ਤੌਰ ਤੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਕਿ ਇਹ ਵਧੀਆ ਤਰੀਕੇ ਦੇ ਨਾਲ ਨੇਪਰੇ ਚੜੇ, ਉਹ ਸਭ ਦੀ ਜ਼ਿੰਮੇਵਾਰੀ ਹੈ। ਪਰ ਅਫਵਾਹਾਂ ਦਾ ਕਰੀਏ ਕੀ? ਹੁਣ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਤਿਆਰ ਹਾਂ ਇਸ ਸੰਮੇਲਨ ਦੇ ਲਈ, ਤਾਂ ਅਸੀਂ ਤਿਆਰ ਹਾਂ, ਇਹ ਉਹ ਲੋਕ ਵੀ ਕਹਿ ਰਹੇ ਨੇ ਜਿਹੜੇ ਪੰਜਾਬ ਦੀ ਤਰੱਕੀ ਤੋਂ ਖੁਸ਼ ਨਹੀਂ ਨੇ। ਉਹ ਹੁਣ ਕੌਣ ਨੇ? ਇਹ ਏਜੰਸੀਆਂ ਕਿਹੜੀਆਂ ਨੇ, ਜਾਂ ਫਿਰ ਜਿਨ੍ਹਾਂ ਨੇ ਅਫਵਾਹਾਂ ਫੈਲਾ ਦਿੱਤੀਆਂ ਉਹ ਕੌਣ ਨੇ? ਆਖਿਰ ਕਿਉਂ ਇਹ ਜ਼ਿਕਰ ਹੋਣ ਲੱਗ ਗਿਆ ਕਿ ਪੰਜਾਬ ਦੇ ਵਿੱਚ ਸਮਿਟ ਨਹੀਂ ਹੋਏਗਾ ਜਾਂ ਮੀਟਿੰਗ ਨਹੀਂ ਹੋਏਗੀ? ਇਹ ਵੀ ਜਾਂਚ ਦਾ ਵਿਸ਼ਾ ਜ਼ਰੂਰ ਹੈ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।